ਕਾਂਛੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜੈ ਗੁਰਦੇਵ ਜੈ ਭੀਮ। ਭਾਰਤ ਦਾ ਆਜ਼ਾਦੀ ਦਾ ਦਿਹਾੜਾ ਸੁਤੰਤਰਤਾ ਦਿਵਸ ਕੁਝ ਦਿਨ ਪਹਿਲਾਂ ਭਾਰਤੀ ਲੋਕਾਂ ਨੇ ਮਨਾਇਆ ਤੇ ਨਾਲ ਨਾਲ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਭਾਰਤੀ ਪੰਜਾਬੀ ਰਹਿ ਰਹੇ ਨੇ ਉਹਨਾਂ ਨੇ ਵੀ ਮਨਾਇਆ। ਆਜ਼ਾਦੀ ਐਵੇਂ ਹੀ ਨਹੀਂ ਮਿਲੀ, ਬਹੁਤ ਲੱਖਾਂ ਲੋਕਾਂ ਨੇ ਜਾਨਾਂ ਕੁਰਬਾਨ ਕੀਤੀਆਂ, ਤਸ਼ੱਦਦ ਸਹੇ ਤਾਂ ਜਾ ਕੇ ਇਹ ਆਜ਼ਾਦੀ ਮਿਲੀ ਹੈ। ਬ੍ਰਿਟਿਸ਼ ਗੌਰਮੈਂਟ ਦੇ ਕਬਜ਼ੇ ਦੇ ਵਿੱਚੋਂ ਦੇਸ਼ ਨੂੰ ਕੱਢਿਆ ਤੇ ਬਹੁਤ ਸਾਰੇ ਸਾਡੇ ਦੇਸ਼ ਭਗਤਾਂ ਨੂੰ ਫਾਂਸੀ ਤੇ ਵੀ ਚੜ੍ਹਨਾ ਪਿਆ ਤੇ ਇਹ ਬਟਵਾਰਾ ਵੀ ਸੌਖਾ ਨਹੀਂ ਹੋਇਆ ਤੇ ਬਟਵਾਰੇ ਵੇਲੇ ਵੀ 15 ਅਗਸਤ 1947 ਦੇ ਵੇਲੇ ਨੂੰ ਜੇ ਯਾਦ ਕਰਦੇ ਹਾਂ ਜਾਂ ਬਜ਼ੁਰਗਾਂ ਤੋਂ ਸੁਣਦੇ ਹਾਂ ਜਾਂ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਕਿ ਉਸ ਵੇਲੇ ਬਟਵਾਰੇ ਦੇ ਵੇਲੇ ਕਿਵੇਂ ਘਰਾਂ ਦੇ ਘਰ ਉਜੜੇ, ਕਿੰਨੇ ਪਰਿਵਾਰ ਪਾਕਿਸਤਾਨ ਤੋਂ ਇੱਧਰ ਆਏ ਤੇ ਇੱਧਰਲੇ ਪਾਕਿਸਤਾਨ ਗਏ, ਕਿੰਨਿਆਂ ਨੂੰ ਕਾਰ ਜ਼ਮੀਨਾਂ ਸਭ ਛੱਡ ਕੇ ਜਾਣਾ ਪਿਆ, ਕਿੰਨੇ ਆਪਣੇ ਗੱਡਿਆਂ ਦੇ ਉੱਤੇ ਲੱਦ ਕੇ ਲੈ ਕੇ ਗਏ ਤੇ ਉਸ ਬਟਵਾਰੇ ਦੇ ਵੇਲੇ ਕਿੰਨੀਆਂ ਭੈਣਾਂ ਦੀ ਬੇਪੱਤੀ ਹੋਈ ਆ ਤੇ ਸਾਰੇ ਰੰਗ ਜਿਹੜੇ ਆ ਉਹ ਉਹਨਾਂ ਤੇ ਚਰਚਾ ਕਰਾਂਗੇ ਤੇ ਨਾਲ ਚਰਚਾ ਕਰਾਂਗੇ ਇਸ ਆਜ਼ਾਦੀ ਦਾ ਕਿਹਨਾਂ ਲੋਕਾਂ ਨੂੰ ਫਾਇਦਾ ਹੋਇਆ ਤੇ ਨਾਲ ਗੱਲ ਕਰਾਂਗੇ ਦਲਿਤ ਸਮਾਜ ਅੱਜ ਕਿੱਥੇ ਖੜਾ ਇਸ ਆਜ਼ਾਦੀ ਦੇ 75ਵੇਂ ਸਾਲ ਤੋਂ ਬਾਅਦ ਵੀ। ਸਵਾਗਤ ਕਰਾਂਗੇ ਮੇਰੇ ਨਾਲ ਨੇ ਇਸ ਵੇਲੇ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਜੀ। ਸਵਾਗਤ ਹੈ ਜੀ। ਜੈ ਭੀਮ ਜੈ ਗੁਰਦੇਵ। ਜੈ ਭੀਮ ਜੈ ਗੁਰਦੇਵ। ਹੋਰ ਜੀ ਗੜ ਸਾਹਿਬ ਠੀਕ ਠਾਕ ਹੋ ਜੀ ਹਾਂ ਤੁਸੀਂ? ਜੀ ਬਹੁਤ ਵਧੀਆ ਭਾਜੀ। ਚੁੰਬਰ ਸਾਹਿਬ ਵੀ ਭਾਰਤ ਦੀ ਆਜ਼ਾਦੀ ਦਾ ਦਿਹਾੜਾ ਭਾਰਤ ਦੇ ਨਾਲ ਵਿਦੇਸ਼ਾਂ 'ਚ ਵੀ ਮਨਾਇਆ ਗਿਆ, ਤਿਰੰਗੇ ਲਹਿਰਾਏ ਗਏ, ਤਿਰੰਗੇ ਘਰਾਂ ਤੇ ਵੀ ਲਾਏ ਗਏ, ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਹੁਕਮ ਸੀ, ਕਿਹਾ ਗਿਆ ਸੀ, ਬੜੇ ਦੇਸ਼ ਭਗਤੀ ਦੇ ਗੀਤ ਗਾਏ ਗਏ, ਕੋਰੀਓਗ੍ਰਾਫੀਆਂ ਕੀਤੀਆਂ ਗਈਆਂ, ਪ੍ਰਸ਼ਾਸਨ ਵੱਲੋਂ ਆਪਣੇ ਤਰੀਕੇ ਦੇ ਨਾਲ ਵੀ ਉਹ ਜਿਹੜਾ ਪਰੇਡ ਕੀਤੀ ਗਈ ਆ, ਤਿਰੰਗੇ ਨੂੰ ਸਲਾਮੀ ਦਿੱਤੀ ਗਈ ਆ। ਕੀ ਕਹਿਣਾ ਚਾਹੋਗੇ ਇਹ ਆਜ਼ਾਦੀ ਜਿਹੜੀ ਹੈ ਭਾਰਤ ਦੇ ਵਿੱਚ ਕਿਹਨਾਂ ਲੋਕਾਂ ਤੱਕ ਸੀਮਤ ਹੋ ਕੇ ਰਹਿ ਗਈ? ਇੱਕ ਤਾਂ ਗੁੜਾ ਸਾਹਿਬ ਇਹ ਹੈ ਕਿ ਆਜ਼ਾਦੀ ਦਿਵਸ ਜਿਹੜਾ ਹੈ ਜੀ ਉਹ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਮਨਾਉਣ ਦਾ, ਜੀ ਜੀ, ਕਿਉਂਕਿ ਸਾਡੇ ਰਹਿਬਰਾਂ ਦੀਆਂ ਕੁਰਬਾਨੀਆਂ ਦੇ ਨਾਲ ਇਹ ਬਿਲਕੁਲ ਸਾਨੂੰ ਜਿਹੜਾ ਦਿਨ ਮਿਲਿਆ। ਔਰ ਜਿਹੜਾ ਤਿਰੰਗਾ ਹੈ ਉਹਦੇ ਵਿੱਚ ਅਸ਼ੋਕ ਚੱਕਰ ਹੈ ਜੀ ਜੋ ਸਾਡੇ ਰਹਿਬਰਾਂ ਦੀ ਨਿਸ਼ਾਨੀ ਹੈ। ਜੀ ਤਾਂ ਜਿਹੜੀ ਰਹੀ ਆਜ਼ਾਦੀ ਦੀ ਗੱਲ, ਉਹ ਆਜ਼ਾਦੀ ਤਾਂ ਹਜੇ ਤੱਕ ਤੋਂ ਜ਼ਿਆਦਾ ਕਰਕੇ ਵਿਰਲੇ ਟਾਟਿਆਂ ਦੇ ਘਰਾਂ ਵਿੱਚ ਹੀ ਹੈ, ਪੂੰਜੀਪਤੀਆਂ ਦੇ ਘਰਾਂ ਵਿੱਚ ਹੀ ਹੈ। ਗਰੀਬ ਤਾਂ ਅੱਜ ਵੀ ਫਿਰ ਵੀ ਗਰੀਬ ਹੈ, ਜੋ ਪਹਿਲਾਂ ਹੀ ਰਜਵਾੜੇ ਸੀ ਉਹਨਾਂ ਦੇ ਘਰਾਂ ਵਿੱਚ ਹੀ ਆਜ਼ਾਦੀ ਨਜ਼ਰ ਆਉਂਦੀ ਹੈ। ਤੇ ਜੇ ਗੱਲ ਕਰੀਏ ਵੀ ਬਾਕੀ ਘਰ ਜਿਹੜੇ ਨੇ, ਬਾਕੀ ਜਿਹੜਾ ਸਮਾਜ ਹੈਗਾ ਆ, ਜਿਹੜਾ ਦਲਿਤ ਸਮਾਜ ਹੈ, ਜਿਹੜਾ ਪਹਿਲਾਂ ਹੀ ਸ਼ੋਸ਼ ਸੀ, ਪਹਿਲਾਂ ਹੀ ਜਿਹੜਾ ਗੁਲਾਮਾਂ ਦਾ ਗੁਲਾਮ ਸਮਾਜ ਸੀਗਾ, ਉਹਨਾਂ ਦੇ ਘਰਾਂ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ? ਗੁਲਾਮੀ ਤੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇ ਵਿੱਚ ਕਿੰਨੀ ਕੁ ਤਬਦੀਲੀ ਆਈ ਲੱਗਦੀ ਹੈ? ਕਿੰਨੀ ਕੁ ਤਰੱਕੀ ਕੀਤੀ ਹੈ? ਤਰੱਕੀ ਤਾਂ ਕਾਫੀ ਸਮਾਜ ਨੇ ਕੀਤੀ ਹੈ, ਪਰ ਇਹ ਸੀਗਾ ਕਿ ਜਿਨ੍ਹਾਂ ਲੋਕਾਂ ਨੇ, ਬਹੁਤੇ ਲੋਕ ਤਾਂ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਦਿੱਤੇ ਹੋਏ ਅਧਿਕਾਰਾਂ ਨੂੰ ਤਾਂ ਮਾਣਿਆ, ਪਰ ਉਹਨਾਂ ਨੇ ਸਮਾਜ ਨੂੰ ਉਹ ਚੀਜ਼ ਨਹੀਂ ਦਿੱਤੀ ਜੋ ਉਹਨਾਂ ਨੂੰ ਦੇਣੀ ਚਾਹੀਦੀ ਸੀ। ਉਹ ਆਪਣੇ ਬੱਚਿਆਂ ਤੱਕ ਸੀਮਤ ਰਹਿ ਗਏ, ਆਪਣੇ ਤੱਕ ਸੀਮਤ ਰਹਿ ਗਏ ਵੀ ਅਸੀਂ ਤਾਂ ਪੜ੍ਹ ਲਿਖ ਗਏ, ਨੌਕਰੀਆਂ ਮਿਲ ਗਈਆਂ, ਅਸੀਂ ਤਕੜੇ ਹੋ ਗਏ, ਅਸੀਂ ਸਮਾਜ ਤੋਂ ਕੀ ਲੈਣਾ। ਜੇਕਰ ਹਰ ਇੱਕ ਬੰਦੇ ਨੇ ਆਪਣੇ ਸਮਾਜ ਲਈ ਸੋਚਿਆ ਹੁੰਦਾ ਤਾਂ ਅੱਜ ਸਾਡਾ ਸਮਾਜ ਵੀ ਉਹਨਾਂ ਦੇ ਬਰਾਬਰ ਖੜਾ ਹੁੰਦਾ। ਬਿਲਕੁਲ ਜੀ। ਜੇ ਗੱਲ ਕਰੀਏ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਿਹੜਾ ਸਾਡਾ ਦਲਿਤ ਸਮਾਜ ਸੀ ਉਹ ਗੁਲਾਮਾਂ ਦਾ ਵੀ ਗੁਲਾਮ ਸੀ, ਮਤਲਬ ਦੇਸ਼ ਗੁਲਾਮ ਸੀ, ਇੱਥੇ ਦੇ ਲੋਕ ਗੁਲਾਮ ਸੀਗੇ, ਇਹਨਾਂ ਲੋਕਾਂ ਦੇ ਵੀ ਗੁਲਾਮ ਸੀ ਸਾਡਾ ਸਮਾਜ। ਪੜ੍ਹ ਲਿਖ ਨਹੀਂ ਸਕਦੇ ਸੀ, ਚੰਗੀ ਗੱਲ ਸੁਣ ਨਹੀਂ ਸਕਦੇ ਸੀ, ਚੰਗੀ ਗੱਲ ਬੋਲ ਨਹੀਂ ਸਕਦੇ ਸੀ। ਜਦੋਂ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਹੁਣਾਂ ਦੇ ਵੇਲੇ ਦੀ ਗੱਲ ਅਸੀਂ ਇਤਿਹਾਸ ਭੁੱਲ ਕੇ ਦੇਖਦੇ ਹਾਂ, ਉਦੋਂ ਇੱਦਾਂ ਦੇ ਹਾਲਾਤ ਸੀ। ਤੇ ਜਿਹੜਾ ਸੰਕਲਪ ਲਿਆ ਸੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਬਰਾਬਰਤਾ ਵਾਲੇ ਰਾਜ ਵਾਲਾ, ਬੇਗਮਪੁਰੇ ਵਾਲਾ, ਤੇ ਨਾਲ ਲਿਆ ਸੀ ਮੱਖੀਆਂ ਦੀ ਤਰ੍ਹਾਂ ਇਕੱਠੇ ਰਹਿ ਕੇ ਚੱਲਣ ਵਾਲਾ, ਜਿਹੜਾ ਉਹਨੂੰ ਕਿਤੇ ਨਾ ਕਿਤੇ ਬੂਰ ਲੱਗਦਾ ਅੱਗੇ ਦਿਖਾਈ ਦਿੰਦਾ। ਜਾਂ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦਾ ਇਸ ਵੇਲੇ ਸੰਵਿਧਾਨ ਲਾਗੂ ਹੈ ਭਾਰਤ ਦੇ ਵਿੱਚ, ਭਾਰਤ ਦੀ ਆਜ਼ਾਦੀ ਤੋਂ ਬਾਅਦ ਇਸ
ਸੰਵਿਧਾਨ ਦੇ ਨਾਲ ਦਲਿਤ ਸਮਾਜ ਨੂੰ ਕਿੰਨਾ ਕੁ ਫਾਇਦਾ ਹੋਇਆ, ਤੁਸੀਂ ਕੀ ਮੰਨਦੇ ਹੋ? ਦੇਖੋ ਜੀ, ਜਿਹੜਾ ਸੰਵਿਧਾਨ ਹੈ ਉਹ ਸੰਵਿਧਾਨ ਦੇ ਨਾਲ ਹੀ ਫਾਇਦਾ ਹੀ ਹੈ ਸਾਨੂੰ। ਜੇ ਅੱਜ ਮੈਂ ਤੁਹਾਡੇ ਨਾਲ ਇੰਟਰਵਿਊ ਕਰ ਰਿਹਾ ਤੇ ਬਾਬਾ ਸਾਹਿਬ ਦੇ ਦਿੱਤੇ ਹੋਏ ਸੰਵਿਧਾਨ ਕਰਕੇ ਹੀ ਹੈ। ਵਾਹ ਜੀ ਵਾਹ। ਨਹੀਂ ਤਾਂ ਸਾਡੇ ਲੋਕਾਂ ਨੂੰ ਤਾਂ ਪਿੰਡਾਂ ਦੇ ਵਿੱਚ ਵੜਨ ਦੀ ਅਧਿਕਾਰ ਨਹੀਂ ਸੀ ਹੁੰਦੇ। ਪਿੰਡਾਂ ਚੋਂ ਬਾਹਰ ਰਹਿਣਾ, ਕਿਤੇ ਰਾਤ ਨੂੰ ਪਿੰਡ 'ਚ ਆਓ, ਮਗਰ ਛਾਪਾ ਮੂੰਹ ਤੇ ਕੁੱਜਾ, ਤਾਂ ਕਿ ਜੇ ਥੁੱਕਣਾ ਵੀ ਆ ਤਾਂ ਕੁੱਜੇ 'ਚ ਥੁੱਕੋ, ਤੁਰੇ ਜਾਂਦੇ ਹੋ ਤਾਂ ਛਾਪਾ ਪੈੜ ਮਟਾਉਂਦਾ ਜਾਵੇ। ਜੇ ਉਹਨਾਂ ਚੀਜ਼ਾਂ ਦੇ ਵਿੱਚੋਂ ਸਾਡੇ ਰਹਿਬਰ ਸਾਨੂੰ ਕੱਢ ਕੇ ਲਿਆਏ ਤਾਂ ਸਾਨੂੰ ਉਹਦਾ ਫਾਇਦਾ ਤਾਂ ਹੈ ਹੀ ਆ। ਔਰ ਰਹੀ ਗੱਲ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਬੇਗਮਪੁਰੇ ਦੀ ਗੱਲ ਕੀਤੀ, ਮੱਖੀਆਂ ਵਾਂਗ ਇਕੱਠੇ ਹੋਣ ਦੀ ਗੱਲ ਕੀਤੀ। ਅੱਜ ਅਸੀਂ ਅਗਰ ਇਸ ਤਰਕ ਦੇ ਉੱਤੇ ਕਿਸੇ ਨਾਲ ਗੱਲ ਕਰਦੇ ਤਾਂ ਸਭ ਤੋਂ ਵੱਡਾ ਸਾਡਾ ਸਮਾਜ ਹੀ ਸਾਡਾ ਦੁਸ਼ਮਣ ਆ, ਕਿਉਂਕਿ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਹੇ ਹੋਏ ਜਿਹੜੇ ਬੋਲ ਆ ਉਹਨਾਂ ਨੂੰ ਤਰਕਾਂ ਦੇ ਆਧਾਰ ਤੇ ਨਹੀਂ ਲੈਂਦੇ। ਉਹਨੂੰ ਅਸੀਂ ਜਾ ਕੇ ਅੰਧ ਵਿਸ਼ਵਾਸ ਦੇ ਵਿੱਚ ਜਿਹੜਾ ਸਾਰੀ ਉਹਦੀ ਖਿੱਲੀ ਉਡਾਈ ਹੋਈ ਆ। ਜੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਅੱਜ ਰਾਜ ਭਾਗ ਦੀ ਗੱਲ ਕੀਤੀ ਹੈ, ਤੇ ਜਦੋਂ ਅਸੀਂ ਰਾਜ ਭਾਗ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਕਿਹਾ ਜਾਂਦਾ ਕਿ ਇੱਥੇ ਰਾਜ ਭਾਗ ਦੀ ਗੱਲ ਨਾ ਕੀਤੀ ਜਾਵੇ, ਇਹ ਧਾਰਮਿਕ ਡੇਰੇ ਰਾਜਨੀਤੀ ਦੀ ਗੱਲ ਨਾ ਕੀਤੀ ਜਾਵੇ। ਜੇ ਸਾਡੇ ਗੁਰੂਆਂ ਨੇ ਰਾਜਨੀਤੀ ਦੀ ਗੱਲ ਕੀਤੀ, ਰਾਜ ਭਾਗ ਦੀ ਗੱਲ ਕੀਤੀ, ਤੇ ਕਿਉਂ ਨਾ ਕੀਤੀ ਜਾਵੇ ਬਈ? ਹੁਣ ਜੇ ਅਸੀਂ ਦੇਖੀਏ ਦੂਸਰੀਆਂ ਸੰਸਥਾਵਾਂ ਵੱਲ, ਉਹਨਾਂ ਦੀਆਂ ਸੰਸਥਾਵਾਂ ਕਿੰਨੀਆਂ ਵੀ ਹੋਣ, ਚਾਹੇ ਉਹ ਹਿੰਦੂਆਂ ਦੀਆਂ ਜਥੇਬੰਦੀਆਂ, ਉਹਨਾਂ ਨੇ ਵੋਟ ਬੀਜੇਪੀ ਨੂੰ ਹੀ ਪਾਉਣੀ। ਸਾਡੀਆਂ ਲੱਖ ਲੱਖ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਬਣੀਆਂ ਹੋਈਆਂ, ਜਦੋਂ ਇਲੈਕਸ਼ਨ ਹੋਣੀ ਆ ਉਹਨਾਂ ਦੇ ਵੱਖ-ਵੱਖ ਹੀ ਮੂੰਹ ਹੋਣੇ ਆ। ਉਹਨਾਂ ਨੇ ਕਦੇ ਨਹੀਂ ਕਿਹਾ ਕਿ ਸਾਡਾ ਸਮਾਜ ਜਿਹੜਾ ਰਾਜ ਭਾਗ ਦਾ ਮਾਲਕ ਬਣੇ ਔਰ ਅਸੀਂ ਰਾਜ ਭਾਗ, ਕਿਉਂਕਿ ਜੇ ਰਾਜ ਭਾਗ ਦੇ ਮਾਲਕ ਬਣਨਾ ਤਾਂ ਸਾਨੂੰ ਫਿਰ ਜਿਹੜੇ ਆਪਣੇ ਵਿਤਕਰੇਬਾਜ਼ੀਆਂ ਉਹ ਤਾਂ ਛੱਡਣੇ ਪੈਣਗੇ ਨਾ। ਜੇ ਗੁਰੂਆਂ ਦੀ ਸੋਚ ਤੇ ਚੱਲਣਾ, ਉਹਨਾਂ ਦਾ ਦਿੱਤੇ ਹੋਏ ਅਧਿਕਾਰਾਂ ਨੂੰ ਮੰਨਣਾ, ਤੇ ਸਾਨੂੰ ਜਿਹੜੀ ਗੁਰੂਆਂ ਦੀ ਸੋਚ ਹੈ ਬੇਗਮਪੁਰਾ ਵਸਾਉਣਾ, ਤਾਂ ਅਸਲ ਬੇਗਮਪੁਰੇ ਦੇ ਹਿਸਾਬ ਨਾਲ ਹੀ ਕੰਮ ਕਰਨਾ ਪਊਗਾ। ਸਿਰਫ ਉਹ ਢੋਲਕੀਆਂ ਚਿਮਟਿਆਂ ਨਾਲ ਨਹੀਂ ਬਸਣਾ। ਬਿਲਕੁਲ ਜੀ। ਸਾਡੇ ਰਹਿਬਰਾਂ ਦਾ ਜਿਹੜਾ ਸੰਕਲਪ ਸੀ, ਜਾਂ ਆਜ਼ਾਦੀ ਤੋਂ ਬਾਅਦ ਸਾਡੇ ਰਹਿਬਰ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਨੇ ਜਿਹੜਾ ਦੇਸ਼ ਨੂੰ ਸੰਵਿਧਾਨ ਦਿੱਤਾ, ਇਸ ਸੰਵਿਧਾਨ ਦੀ ਬਦੌਲਤ ਅੱਜ ਸਮਾਜ ਨੇ ਤਰੱਕੀ ਕੀਤੀ ਹੈ, ਤੇ ਸਾਡੇ ਗੁਰੂ ਸਾਹਿਬਾਨ ਦੇ ਸੰਕਲਪ ਦੇ ਮੁਤਾਬਕ ਵੀ ਤਰੱਕੀ ਕੀਤੀ ਹੈ। ਪਰ ਉਨੀ ਤਰੱਕੀ ਨਹੀਂ ਕੀਤੀ ਜਿੰਨੀ ਕਰਨੀ ਚਾਹੀਦੀ ਸੀ। ਜਿਹੜੀ ਤਰੱਕੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਹਨਾਂ ਦਾ ਸੰਕਲਪ ਸੀ, ਉਹ ਸੋਚਦੇ ਸੀ, ਉਹਨਾਂ ਦਾ ਜਿਹੜਾ ਮਿਸ਼ਨ ਸੀ, ਤੇ ਜਿਹੜੀ ਤਰੱਕੀ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦੇ ਸੰਵਿਧਾਨ ਨੇ ਸਮਾਜ ਨੂੰ ਦੇਣੀ ਸੀ, ਸੰਵਿਧਾਨ ਦੇ ਵਿੱਚ ਦਰਜ ਹੈ, ਹੱਕ ਹਕੂਕ ਦਰਜ ਹੈ, ਉਹ ਨਹੀਂ ਮਿਲੀ। ਬਿਲਕੁਲ ਜੀ। ਚਿੰਤਾ ਅੱਜ ਸਮਾਜ ਦੇ ਚਿੰਤਕ ਲੋਕਾਂ ਨੂੰ ਹੈ ਕਿ ਕੀ ਬਣੇਗਾ। ਕੀ ਮੰਨਦੇ ਹੋ ਕਿ ਇਹ ਜਿਹੜੀ ਆਜ਼ਾਦੀ ਦਲਿਤ ਸਮਾਜ ਦੇ ਵਿੱਚ ਕਿੰਨਾ ਕਿਹਦੇ ਨਾਲ ਕ੍ਰਾਂਤੀ ਆਈ, ਜਾਂ ਸਮਾਜ ਦੀ ਇਹ ਗੱਲ ਕਰੀਏ ਕਿ ਦਲਿਤ ਸਮਾਜ ਜਿਹੜਾ ਆ ਉਹਦੇ ਵਿੱਚ ਕ੍ਰਾਂਤੀ ਆਏਗੀ ਕਿਵੇਂ? ਕ੍ਰਾਂਤੀ ਗੁਰੂ ਸਾਹਿਬ ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਜਿਹੜਾ ਸੰਵਿਧਾਨ ਹੈ ਸਾਡਾ, ਸਾਡੇ ਦੇਸ਼ ਦੇ ਅੰਦਰ ਜਦੋਂ ਸੰਵਿਧਾਨ ਦਾ ਪੂਰਾ ਰਾਜ ਹੋਊਗਾ, ਕ੍ਰਾਂਤੀ ਵੱਲ ਨੂੰ ਅਸੀਂ ਫਿਰ ਜਾਵਾਂਗੇ। ਕਿਉਂਕਿ ਅੱਜ ਵੀ 75 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਡੇ ਦੇਸ਼ ਅੰਦਰ ਪੂਰੀ ਤਰ੍ਹਾਂ ਸੰਵਿਧਾਨ ਹੀ ਲਾਗੂ ਨਹੀਂ ਹੋਇਆ। ਕੋਈ ਵੀ ਫੈਸਲਾ ਲੈ ਲਓ ਤੁਸੀਂ, ਜਦੋਂ ਵੀ ਫੈਸਲੇ ਆਉਂਦੇ ਆ ਉਹ ਜ਼ਿਆਦਾ ਕਰਕੇ ਧਰਮ ਦੇ ਆਧਾਰ ਤੇ ਆਉਂਦੇ ਆ। ਧਰਮ ਦੇ ਆਧਾਰ ਵਾਲੇ, ਚਾਹੇ ਉਹ ਸੁਦਾ ਹੀ ਧੱਕਾ ਕਿਸੇ ਦੇ ਨਾਲ ਕਰੀ ਜਾਣ, ਤਾਂ ਧਰਮ ਨੂੰ ਦੇਖਿਆ ਜਾਂਦਾ ਕਿ ਨਹੀਂ ਯਾਰ ਇਹ ਇਦਾਂ ਨਹੀਂ, ਜਦ ਕਿ ਜੇ ਕਿ ਲੋਕਾਂ ਨੂੰ ਨਹੀਂ ਦੇਖਿਆ ਜਾਂਦਾ ਔਰ ਕਾਨੂੰਨ ਨੂੰ ਛਿੱਕੇ ਟੰਗ ਕੇ ਉਸ ਚੀਜ਼ ਨੂੰ ਜਿਹੜਾ ਦੇਖਿਆ ਜਾਂਦਾ। ਜੇ ਸੰਵਿਧਾਨ ਦਾ ਰਾਜ ਹੋਵੇ, ਸੰਵਿਧਾਨ ਦੇ ਤੌਰ ਤੇ ਚੱਲੇ, ਜੇ ਅੱਜ ਸਾਡੇ ਸਿਆਸੀ ਲੋਕ ਹੈ ਜਿਨ੍ਹਾਂ ਦੀਆਂ ਸਰਕਾਰਾਂ ਆਉਣੀਆਂ, ਪ੍ਰਸ਼ਾਸਨ ਉਹਨਾਂ ਦੇ ਹਿਸਾਬ ਨਾਲ ਕੰਮ ਕਰਦਾ, ਸੰਵਿਧਾਨ ਦੇ ਮੁਤਾਬਕ ਕੰਮ ਹੋਵੇ, ਤਾਂ ਲੋਕ ਦੁਖੀ ਕਿਉਂ ਹੋਣ? ਫਿਰ ਨਾ ਸਾਨੂੰ ਧਰਨੇ ਲਾਉਣ ਦੀ ਲੋੜ ਪਵੇ, ਨਾ ਸਾਨੂੰ ਇਹੋ ਜਿਹੀਆਂ ਚੀਜ਼ਾਂ ਕਰਨ ਦੀ ਲੋੜ ਪਵੇ। ਸੰਵਿਧਾਨ ਆਪਣਾ ਕੰਮ ਕਰੇ ਤਾਂ ਅੱਜ ਆਪੇ ਬਰਾਬਰਤਾ ਹੈ। ਬਰਾਬਰਤਾ ਤਾਂ ਅਸੀਂ 75 ਸਾਲ ਚ ਆਉਣ ਹੀ ਨਹੀਂ ਦਿੱਤੀ ਹੈ ਨਾ। ਜੀ ਜੀ। ਜੇ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀਗਾ, ਹੁਣ ਕਈ ਲੋਕ ਇਹੋ ਜਿਹੇ ਉਹ ਰਿਜ਼ਰਵੇਸ਼ਨ ਦਾ ਵਿਰੋਧ ਕਰਦੇ। ਬਾਬਾ ਸਾਹਿਬ ਨੇ ਕਿਹਾ ਸੀ ਬਾਬਾ ਸਾਹਿਬ ਨੇ ਤਾਂ ਇਹ ਵੀ ਕਿਹਾ ਸੀ ਵੀ ਜਿਹੜੀ 10 ਸਾਲ ਦੀ ਰਿਜ਼ਰਵੇਸ਼ਨ ਦਿੱਤੀ ਆ, ਉਹਦੇ ਵਿੱਚ ਜਿਹੜੀ ਛੂਆਛਾਤ ਉਹ ਖਤਮ ਕਰ ਦਿਓ। ਛੂਆਛਾਤ ਤਾਂ ਅੱਜ ਤੱਕ ਸਾਡੇ ਨਾਲ ਆ, ਅੱਗੇ ਨਾਲੋਂ ਵੀ ਵੱਧ ਗਈ। ਕਿਉਂਕਿ ਜੇ ਹੁਣ ਮੰਨ ਲਓ ਕਿਸੇ ਵੀ ਧਰਮ ਦੇ ਪਾਸੇ ਤੁਸੀਂ ਜਾ ਕੇ ਦੇਖ ਲਓ, ਸਾਨੂੰ ਹਰ ਪਾਸੇ ਦਰਕਾਰਿਆ ਜਾਂਦਾ। ਬਰਾਬਰਤਾ ਤਾਂ ਸਾਨੂੰ ਕਿਤੇ ਵੀ ਨਹੀਂ ਮਿਲੀ ਨਾ। ਬਿਲਕੁਲ ਜੀ। ਕੁਝ ਦਿਨ ਪਹਿਲਾਂ ਜਿਹੜੀ ਰਾਜਸਥਾਨ ਦੀ ਘਟਨਾ ਹੈਗੀ, ਦੇਖੋ। ਬਿਲਕੁਲ ਜੀ। ਉਹ ਆਜ਼ਾਦੀ ਦੇ ਦਿਹਾੜੇ ਦੇ ਮੁਤਾਬਕ ਉਹ ਜਿਹੜਾ ਜਿੱਥੇ 75 ਸਾਲ ਹੋ ਜਾਣ, 75 ਸਾਲ ਆਜ਼ਾਦੀ ਨੂੰ ਹੋਣ ਦੇ ਬਾਵਜੂਦ ਉਸ ਸਿੱਖਿਆ ਦੇ ਮੰਦਰ ਦੇ ਵਿੱਚ ਪਾਣੀ ਵਾਲੇ ਘੜੇ ਨੂੰ ਹੱਥ ਲਾਉਣ ਬਦਲੇ ਮੌਤ ਮਿਲੇ, ਤਾਂ ਮੈਂ ਤਾਂ ਸਮਝਦਾ ਕਿ ਸਾਡੇ ਸਮਾਜ ਲਈ ਤਾਂ ਆਜ਼ਾਦੀ ਆਈ ਨਹੀਂ।
ਔਰ ਉਸ ਤੋਂ ਵੱਡੀ ਸ਼ਰਮ ਦੀ ਗੱਲ ਇਹ ਆ ਕਿ ਕਿਸੇ ਵੀ ਸਰਕਾਰ ਨੇ, ਕਿਸੇ ਵੀ ਮੰਤਰੀ ਨੇ ਔਰ ਕਿਸੇ ਵੀ ਲੀਡਰ ਨੇ, ਜਿਹੜੇ ਸਾਡੇ ਸਮਾਜ ਚੋਂ ਚੁਣ ਕੇ ਗਏ ਹੋਏ ਲੀਡਰ ਵੀ ਆ, ਕਿਸੇ ਦੇ ਮੂੰਹ ਚੋਂ ਹਾਂ ਦਾ ਨਾਰਾ ਨਹੀਂ ਨਿਕਲਿਆ ਕਿ ਸਾਡੇ ਸਮਾਜ ਦੇ ਬੱਚੇ ਨਾਲ ਜਿਹੜੀ ਇਨਸਾਨੀਅਤ ਦੇ ਖਿਲਾਫ ਜਾ ਕੇ ਘਿਨਾਉਣੀ ਹਰਕਤ ਹੋਈ ਅਸੀਂ ਉਹਦਾ ਵਿਰੋਧ ਕਰੀਏ ਜਾਂ ਅਸੀਂ ਅਸਤੀਫਾ ਦਿੰਨੇ ਕਿ ਅਸੀਂ ਸਰਕਾਰ ਚੋਂ ਬਾਹਰ ਆਉਂਦੇ ਹਾਂ। ਉਹ ਚੁੱਪ ਕਰਕੇ ਕੁਰਸੀਆਂ ਚੁੰਬੜ ਕੇ ਬੈਠੇ ਆ, ਸਮਾਜ ਜਾਵੇ ਖੂਹ ਚ, ਅਸੀਂ ਕੀ ਲੈਣਾ, ਸਾਨੂੰ ਕੁਰਸੀ ਮਿਲ ਗਈ। ਬਿਲਕੁਲ ਜੀ, ਇਸ ਤਰੀਕੇ ਦੇ ਅਨੇਕਾਂ ਘਟਨਾਵਾਂ ਰੋਜ਼ਾਨਾ ਵਾਪਰਦੀਆਂ ਨੇ, ਖਾਸ ਕਰਕੇ ਪੰਜਾਬ ਦੇ ਵਿੱਚ ਵੀ, ਪੂਰੇ ਭਾਰਤ ਦੇ ਵਿੱਚ ਵੀ ਵੱਖ-ਵੱਖ ਇਲਾਕਿਆਂ ਦੇ ਅੰਦਰ ਦਲਿਤ ਸਮਾਜ ਦੇ ਨਾਲ ਅੱਜ ਵੀ ਉਹ ਧੱਕਾ ਹੋ ਰਿਹਾ ਜਿਹੜਾ ਬਾਬਾ ਸਾਹਿਬ ਨੇ ਸਹਿਆ, ਉਹ ਧੱਕਾ ਹੋ ਰਿਹਾ ਜਿਹੜਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਹਿਆ। ਤੇ ਉਸ ਤੋਂ ਬਾਅਦ ਅੱਗੇ ਗੱਲ ਚੱਲਦੀ ਹੈ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਦੀ। ਜੇ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦਾ ਜੋ ਅੰਦੋਲਨ ਸੀ, ਮਿਸ਼ਨ ਸੀ, ਉਸ ਨੂੰ ਬਾਬਾ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਨੇ ਚੰਗੀ ਤਰ੍ਹਾਂ ਘੋਖਿਆ, ਪੜਤਾਲਿਆ ਤੇ ਉਹ ਮੂਵਮੈਂਟ ਨੂੰ ਸ਼ੁਰੂ ਕੀਤੀ ਹੈ। ਤੇ ਕੀ ਕਹਿਣਾ ਚਾਹੋਗੇ ਕਿ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਦੀ ਮੂਵਮੈਂਟ ਜਿਹੜੀ ਆ ਉਹ ਅੱਜ ਕਿੱਥੇ ਖੜੀ ਹੈ? ਉਹ ਰਾਜ ਭਾਗ ਦਿਲਾ ਸਕਦੀ ਸੀ। ਗੁੜਾ ਸਾਹਿਬ ਦੀ ਮੂਵਮੈਂਟ ਜਿਹੜੀ ਹੈ, ਅਸੀਂ ਛੋਟੇ ਹੁੰਦੇ 6ਵੀਂ ਚ ਪੜ੍ਹਦੇ ਸੀ, ਜਦੋਂ ਤੋਂ ਅਸੀਂ ਸਾਹਿਬ ਦੇ ਸਾਡੇ ਨਕੋਦਰ ਚ ਕਾਫੀ ਵਾਰ ਆਏ। ਅੱਛਾ ਜੀ। ਉਹਨਾਂ ਦੇ ਨਾਲ ਵੀ ਰਹੇ, ਕਿਉਂਕਿ ਘਰ 'ਚ ਇੰਨੀ ਗਰੀਬੀ ਹੁੰਦੀ ਸੀ ਕਿ ਸਾਡੇ ਕੋਲ ਤਾਂ ਸੁੱਚਾਂ ਵਾਲਾ ਵੀ ਫੋਨ ਨਹੀਂ ਸੀ ਹੁੰਦਾ ਕਿ ਅਸੀਂ ਸਾਹਿਬ ਨਾਲ ਆਪਣੀ ਫੋਟੋ ਲੈ ਲਈਏ। ਤੇ ਅਸੀਂ ਬਾਬਾ ਸਾਹਿਬ ਅੰਬੇਡਕਰ ਨੂੰ ਤਾਂ ਨਹੀਂ ਦੇਖਿਆ, ਲੇਕਿਨ ਸਾਹਿਬ ਕਾਂਛੀ ਰਾਮ ਨੂੰ ਦੇਖਿਆ, ਉਹਨਾਂ ਦੇ ਚਰਨ ਛੂਏ ਆ, ਉਹਨਾਂ ਦੇ ਨਾਲ ਰਹੇ ਆ। ਔਰ ਅੱਜ ਮਨ ਵੀ ਦੁਖਦਾ ਕਿ ਉਸ ਰਹਿਬਰ ਦੀ ਅਸੀਂ ਜਦੋਂ ਗੱਲ ਕਰਦੇ ਆ, ਉਸ ਰਹਿਬਰ ਨੇ ਸਾਡੇ ਲਈ ਸਭ ਕੁਝ ਵਾਰ ਦਿੱਤਾ ਔਰ ਅੱਜ ਸਾਡੀ ਲੀਡਰਸ਼ਿਪ ਨੇ ਸਾਹਿਬ ਦਾ ਮਿਸ਼ਨ ਵੇਚ ਦਿੱਤਾ। ਔਰ ਦਿਲ ਦੁਖਦਾ ਹੈ ਜਿਹੜੇ ਸਾਹਿਬ ਦੀ ਮੂਵਮੈਂਟ ਨੂੰ ਬਚਾਉਣ ਦੇ ਲਈ ਕੋਈ ਗੱਲ ਕਰਦੇ ਆ, ਜੇ ਲੀਡਰਸ਼ਿਪ ਨੂੰ ਸਵਾਲ ਕਰਦੇ ਆ, ਜਾਂ ਤਾਂ ਲੀਡਰਸ਼ਿਪ ਉਹਨੂੰ ਬਾਹਰ ਦਾ ਰਸਤਾ ਦਿਖਾਉਂਦੀ ਆ, ਜੇ ਨਹੀਂ ਤਾਂ ਲੀਡਰਸ਼ਿਪ ਉਹਨੂੰ ਮਜਬੂਰ ਕਰਦੀ ਆ ਕਿ ਉਹ ਪਾਰਟੀ ਚੋਂ ਬਾਹਰ ਜਾਵੇ। ਅੱਜ ਦੇ ਸਮੇਂ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਸਮਾਜ ਨੂੰ ਦੋਸ਼ ਨਹੀਂ ਬਣਦਾ, ਅੱਜ ਦੋਸ਼ ਜਿਹੜਾ ਸਾਡੀ ਉਹ ਲੀਡਰਸ਼ਿਪ ਨੂੰ ਹੈ, ਕਿਉਂਕਿ ਉਹਨਾਂ ਨੇ ਸਾਹਿਬ ਦੀ ਮੂਵਮੈਂਟ ਨੂੰ ਬਿਲਕੁਲ ਨਕਾਰ ਦਿੱਤਾ, ਖੂੰਜੇ ਲਾ ਦਿੱਤਾ। ਸਾਹਿਬ ਦੀ ਜਿਹੜੀ ਮੂਵਮੈਂਟ ਸੀਗੀ ਉਸ ਤੋਂ ਤਾਂ ਅਸੀਂ ਬਿਲਕੁਲ ਲੀਹ ਤੋਂ ਉਤਰ ਚੁੱਕੇ ਹਾਂ। ਅੱਜ ਮਨ ਭਰਦਾ ਹੈ ਕਿ ਜਿਸ ਰਹਿਬਰ ਨੇ ਸੁੱਕੀਆਂ ਰੋਟੀਆਂ ਚੱਬੀਆਂ ਹੋਣ, ਮੁਰਦਖਾਨਿਆਂ ਦੇ ਵਿੱਚੋਂ, ਕਬਰਾਂ ਦੇ ਵਿੱਚੋਂ ਚੱਕ ਕੇ ਕੱਪੜੇ ਮੂਵਮੈਂਟ ਸਾਡੀ ਚਲਾਈ ਹੋਵੇ ਸਾਈਕਲਾਂ ਤੇ ਚੱਲ ਕੇ, ਅੱਜ ਸਾਡੇ ਗੱਡੀਆਂ ਵਿੱਚ ਏਸੀ ਗੱਡੀਆਂ 'ਚ ਘੁੰਮਣ ਵਾਲੇ ਲੀਡਰ, ਪੀਜੇ 버ਗਰ ਖਾਣ ਵਾਲੇ ਲੀਡਰ ਸਾਹਿਬ ਦੀ ਮੂਵਮੈਂਟ ਨਾ ਬਚਾ ਸਕਣ, ਤਾਂ ਦੋਸ਼ ਅਸੀਂ ਲੋਕਾਂ ਨੂੰ ਦੇਈ ਜਾਈਏ ਔਰ ਅਸੀਂ ਆਪਣੀਆਂ ਨਾਕਾਮੀਆਂ ਨੂੰ ਕਿਉਂ ਨਹੀਂ ਦੇਖਦੇ ਕਿ ਸਾਡੇ ਵਿੱਚ ਗਲਤੀ ਕਿੱਥੇ ਆ। ਇਹੀ ਆ ਕਿ ਜੇ ਸਾਡੀ ਲੀਡਰਸ਼ਿਪ ਆਪਣੀਆਂ ਗਲਤੀਆਂ ਸੁਧਾਰੇ ਤਾਂ ਸਾਹਿਬ ਕਾਂਛੀ ਰਾਮ ਦੀ ਮੂਵਮੈਂਟ ਦੁਬਾਰਾ ਖੜ ਸਕਦੀ ਹੈ। ਕੀ ਕਹਿਣਾ ਚਾਹੁੰਦੇ ਹੋ ਕਿ ਜੇ ਮੰਨ ਲਓ ਅੱਜ ਤੱਕ ਸਾਹਿਬ ਸ਼੍ਰੀ ਕਾਂਛੀ ਰਾਮ ਜੀ ਸਾਡੇ ਵਿਚਕਾਰ ਹੁੰਦੇ ਤਾਂ ਸਮਾਜ ਦੇ ਹਾਲਾਤ ਕਿੱਦਾਂ ਦੇ ਹੋਣੇ ਸੀ? ਸਮਾਜ ਦੇ ਹਾਲਾਤ ਬਹੁਤ ਵਧੀਆ ਹੋਣੇ ਸੀ, ਕਿਉਂਕਿ ਜਿਸ ਹਿਸਾਬ ਦੇ ਨਾਲ ਸਾਹਿਬ ਦੀ ਮੂਵਮੈਂਟ ਨੂੰ ਇਹ ਲੈ ਕੇ ਗਏ, ਸਾਹਿਬ ਨੇ ਕਦੇ ਵੀ ਸਮਝੌਤਾ ਉਹਨਾਂ ਨੇ ਵੀ ਹਰ ਇੱਕ ਨਾਲ ਕੀਤਾ, ਬੀਜੇਪੀ ਨਾਲ ਵੀ ਕੀਤਾ, ਸਮਾਜਵਾਦੀ ਪਾਰਟੀ ਨਾਲ ਕੀਤਾ, ਕਾਂਗਰਸ ਨਾਲ ਕੀਤਾ, ਲੇਕਿਨ ਸਮਾਜ ਦੇ ਸਾਹਿਬ ਨੇ ਸਮਝੌਤਾ ਹਮੇਸ਼ਾ ਅਗਲੇ ਦੇ ਮੋਢਿਆਂ ਤੇ ਬੈਠ ਕੇ ਕੀਤਾ, ਕਦੀ ਵਿਛ ਕੇ ਨਹੀਂ ਕੀਤਾ। ਕਿਉਂਕਿ ਅੱਜ ਜਿਹੜੀ ਆ ਮੂਵਮੈਂਟ ਆ, ਸਮਝੌਤੇ ਦੇ ਵਿੱਚ ਅਸੀਂ ਦੇਖ ਹੀ ਲਿਆ ਕਿ ਕੀ ਹੋ ਰਿਹਾ, ਕਿਉਂਕਿ ਅਸੀਂ ਵਿਛ ਕੇ ਖੁਦ ਤਾਂ ਵਿਛ ਗਏ। ਅਸੀਂ ਇੱਕ ਨੈਸ਼ਨਲ ਪਾਰਟੀ ਹੋਣ ਦੇ ਬਾਵਜੂਦ, ਰਹਿਬਰਾਂ ਦਾ ਮਿਸ਼ਨ ਹੋਣ ਦੇ ਬਾਵਜੂਦ, ਕਿਤੇ ਸਾਨੂੰ ਆਪਣੇ ਰਹਿਬਰਾਂ ਦੀ ਮੂਵਮੈਂਟ ਦੇ ਤੇ ਚੱਲਣਾ ਚਾਹੀਦਾ ਨਾ। ਅਸੀਂ ਤਾਂ ਆਪਣੇ ਰਹਿਬਰਾਂ ਦੀ ਮੂਵਮੈਂਟ ਨੂੰ ਹੀ ਪਿੱਛੇ ਛੱਡ ਦਿੱਤਾ, ਜੋ ਕੁਛ ਹੈ ਮੈਂ ਆ ਬਸ। ਵਿਚ ਕੇ ਚੱਲਣ ਦੀ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਵੇਂ ਇਸ ਵਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਸਮਝੌਤਾ ਹੋਇਆ, 117 ਦੇ ਵਿੱਚੋਂ 20 ਸੀਟਾਂ ਜਿਹੜੀਆਂ ਉਹ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ, ਉਹਦੇ ਵਿੱਚੋਂ ਕਿੰਨੀਆਂ ਕੁ ਜਿਹੜੇ ਜਿੱਤੇ ਜਿਹਦੇ ਉੱਤੇ ਸੱਚੀ ਜਿਹੜੇ ਮਿਸ਼ਨਰੀ ਜਾਂ ਕੇਡਰਾਈਜ਼ਡ ਲੋਕ ਖੜੇ ਸੀਗੇ? ਉਹਦੇ ਵਿੱਚੋਂ ਗੁੜਾ ਸਾਹਿਬ ਮਸੀਂ 4-5 ਬੰਦੇ ਸੀਗੇ। ਔਰ ਇਹੀ ਤਾਂ ਸਵਾਲ ਸੀ ਕਿ ਜੇ ਮੰਨ ਲਓ ਤੁਸੀਂ 20 ਸੀਟਾਂ ਵੀ ਅਸੀਂ ਲੈ ਲਈਆਂ ਤਾਂ ਕੀ ਗੱਲ ਵੀ ਬਹੁਜਨ ਸਮਾਜ ਪਾਰਟੀ ਦੇ ਅੰਦਰ 20 ਉਮੀਦਵਾਰ ਵੀ ਸਾਨੂੰ ਇਹੋ ਜਿਹੇ ਨਹੀਂ ਲੱਭੇ ਜਿਹੜੇ ਸਾਹਿਬ ਦੀ ਮੂਵਮੈਂਟ ਨੂੰ ਚਲਾਉਣ ਵਾਲੇ ਹੋਣ। ਲੱਖਾਂ ਲੋਕ ਸਾਹਿਬ ਦੀ ਮੂਵਮੈਂਟ ਨੂੰ ਪਿਆਰ ਕਰਨ ਵਾਲੇ ਲੋਕ ਆ, ਤੁਹਾਨੂੰ 20 ਬੰਦੇ ਕਿਉਂ ਨਹੀਂ ਲੱਭੇ ਬਈ? ਔਰ ਜਿਹੜੇ ਵਰਕਰਾਂ ਨੇ ਜੇ ਤਰਕ ਦੇ ਆਧਾਰ ਤੇ ਉਹਨਾਂ ਚੀਜ਼ਾਂ ਨੂੰ ਲਿਆ ਤਾਂ ਉਹਨਾਂ ਨੂੰ ਦਰਕਾਰਿਆ ਗਿਆ ਇਸ ਚੀਜ਼ ਤੋਂ ਕਿ ਨਹੀਂ ਜੀ ਇਹ ਭੈਣ ਜੀ ਦਾ ਫੈਸਲਾ, ਜਦ ਕਿ ਪੰਜਾਬ ਦੇ ਬਸਪਾ ਦੇ ਜਿਹੜੇ ਸਾਬਕਾ ਪ੍ਰਧਾਨ ਰਛਪਾਲ ਰਾਜੂ ਜੀ ਆ, ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜਾ ਸਮਝੌਤਾ ਉਹ ਭੈਣ ਜੀ ਕਰਦੇ ਆ, ਪਰ ਸੀਟਾਂ ਦੀ ਵੰਡ ਭੈਣ ਜੀ ਨਹੀਂ ਕਰਦੇ। ਅੱਛਾ ਜੀ।
ਸੀਟਾਂ ਦੀ ਵੰਡ ਜਿਹੜੀ ਪੰਜਾਬ ਦੀ ਬਾਡੀ ਹੁੰਦੀ ਉਹਨਾਂ ਨੇ ਹੀ ਕਰਨੀ ਹੁੰਦੀ ਆ। ਸਮਝੌਤਾ ਭੈਣ ਜੀ ਜ਼ਰੂਰ ਕਰਦੇ ਆ। ਤਾਂ ਉਹਦੇ ਵਿੱਚ ਰਛਪਾਲ ਰਾਜੂ ਜੀ ਨੂੰ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਬਾਹਰ ਦਾ ਰਸਤਾ ਦਿਖਾਤਾ, ਕਿਉਂਕਿ ਉਹਨਾਂ ਨੇ ਸੱਚ ਕਿਹਾ। ਕਿਉਂਕਿ ਸੀਟਾਂ ਦੀ ਵੰਡ ਤਾਂ ਭੈਣ ਜੀ ਨੇ ਨਹੀਂ ਕਰਨੀ ਨਾ, ਭੈਣ ਜੀ ਨੂੰ ਥੋੜੀ ਪਤਾ ਸਾਨੂੰ ਕਿਹੜੀ ਸੀਟ ਚਾਹੀਦੀ। ਸੀਟਾਂ ਦੀ ਵੰਡ ਤਾਂ ਅਸੀਂ ਖੁਦ ਕਰਾਂਗੇ। ਫਿਰ ਉੱਥੋਂ ਝੂਠ ਦਾ ਨਕਾਬ ਇਹਨਾਂ ਦਾ ਦੇਖੋ ਕਿਸ ਤਰ੍ਹਾਂ ਉਤਰਦਾ ਹੈ ਕਿ ਜਿਹੜਾ ਇਹ ਕਹਿ ਰਹੇ ਆ ਕਿ ਜਿਹੜੀਆਂ ਸੀਟਾਂ ਭੈਣ ਜੀ ਨੇ ਦਿੱਤੀਆਂ ਜੀ ਉਹਦੀ ਕੋਈ ਰੱਦੋ ਬਦਲ ਨਹੀਂ ਹੋਊਗੀ। ਰੋਜ਼ ਦੀ ਰੋਜ਼ ਸੀਟਾਂ ਜਿਹੜੀਆਂ ਸੁਖਬੀਰ ਬਾਦਲ ਨੇ ਆਪਣੀ ਮਰਜ਼ੀ ਨਾਲ ਬਦਲੀਆਂ। ਗੜੀ ਸਾਹਿਬ ਬੋਲੇ ਤੱਕ ਨਹੀਂ। ਸਾਡੇ ਲਈ ਵਰਕਰ ਨੂੰ ਬਣਾਉਣ ਲਈ, ਲੀਡਰ ਬਣਾਉਣ ਲਈ ਬਸਪਾ ਨੂੰ ਬੜਾ ਲੰਬਾ ਸਮਾਂ ਲੱਗਦਾ। ਔਰ ਇਸ 2022 ਦੇ ਅੰਦਰ ਅਸੀਂ ਤਕੜੇ ਲੀਡਰ ਜਿਹੜੇ ਸੀ ਜਿਨ੍ਹਾਂ ਨੂੰ ਅਸੀਂ ਬਾਹਰ ਦਾ ਰਸਤਾ ਦਿਖਾਇਆ। ਜਿਹੜੀ ਮੂਵਮੈਂਟ ਆ ਉਸ ਨੂੰ ਸਭ ਤੋਂ ਜੇ ਵੱਧ ਨੁਕਸਾਨ, ਮੈਂ ਇਸ ਚੀਜ਼ ਦਾ ਪ੍ਰੈਸ ਦੇ ਵਿੱਚ ਵੀ ਬਿਆਨ ਦਿੱਤਾ ਸੀ ਕਿ ਜੇ ਸਾਹਿਬ ਕਾਂਚੀ ਰਾਮ ਦੀ ਮੂਵਮੈਂਟ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਣਾ ਤਾਂ ਉਹ ਜਸਵੀਰ ਸਿੰਘ ਗੜੀ ਔਰ ਬੈਨੀਪਾਲ ਦੀ ਜੋੜੀ ਨੇ ਪਹੁੰਚਾਉਣਾ। ਮੈਂ ਪ੍ਰੈਸ ਦੇ ਵਿੱਚ ਬਿਆਨ ਦਿੱਤਾ ਸੀ ਮੀਡੀਆ ਇਲੈਕਸ਼ਨ ਤੋਂ ਪਹਿਲਾਂ 2022 ਤੋਂ, ਕਿਉਂਕਿ ਅਸੀਂ ਸਾਹਿਬ ਕਾਂਚੀ ਰਾਮ ਦੇ ਨਾਲ ਛੋਟੀ ਉਮਰ ਤੋਂ ਜੁੜੇ। ਅੱਛਾ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਾਹਿਬ ਕਾਂਚੀ ਰਾਮ ਜੀ ਦੇ ਨਾਲ ਤੁਸੀਂ 6ਵੀਂ ਕਲਾਸ ਦੇ ਵਿੱਚ ਪੜ੍ਹਦੇ ਸੀ ਜਦੋਂ ਤੋਂ ਤੁਸੀਂ ਜੁੜ ਗਏ ਸੀਗੇ, ਪਰ ਹੁਣ ਤੁਹਾਡੇ ਕੋਲ ਪ੍ਰੂਫ ਇਸ ਕਰਕੇ ਨਹੀਂ ਹੈ ਕਿਉਂਕਿ ਉਸ ਵੇਲੇ ਮੋਬਾਈਲ ਨਹੀਂ ਸੀ, ਕੈਮਰੇ ਨਹੀਂ ਸੀ, ਇਦਾਂ ਦਾ ਸਿਸਟਮ ਨਹੀਂ ਸੀ। ਨਹੀਂ ਤਾਂ ਤੁਸੀਂ ਵੀ ਸੈਲਫੀਆਂ ਲੈ ਲੈ ਕੇ ਸਾਹਿਬ ਕਾਂਚੀ ਰਾਮ ਜੀ ਦੇ ਨਾਲ ਅੱਜ ਫੇਸਬੁੱਕ ਭਰੀ ਹੁੰਦੀ ਜਿਵੇਂ ਅੱਜ ਦੇ ਲੀਡਰ ਕਰਦੇ ਨੇ। ਹਾਂ, ਬਿਲਕੁਲ। ਤੇ ਉਦੋਂ ਕਿੱਦਾਂ ਦੇ ਹਾਲਾਤਾਂ ਦੇ ਵਿੱਚੋਂ ਤੁਸੀਂ ਗੁਜ਼ਰੇ? ਉਦੋਂ ਤਾਂ ਵੈਸੇ ਹੀ ਗੁੜਾ ਸਾਹਿਬ ਇਹ ਹੁੰਦਾ ਸੀ ਜਦੋਂ ਪਤਾ ਲੱਗ ਜਾਣਾ ਨਾ ਕਿ ਸਾਹਿਬ ਨੇ ਨਕੋਦਰ ਆਉਣਾ ਤਾਂ ਵੈਸੇ ਹੀ ਫੁੱਲ ਜਾਂਦੇ ਹੁੰਦੇ ਸੀ ਵੀ ਸਾਡੇ ਰਹਿਬਰ ਨੇ ਅੱਜ ਨਕੋਦਰ ਦੇ ਵਿੱਚ ਆਉਣਾ। ਔਰ ਅਸੀਂ ਇੱਥੇ ਨਕੋਦਰ ਸਾਹਿਬ ਨੇ ਜਦੋਂ ਰੈਲੀ ਕਰਨੀ ਸੀ ਤੇ ਅਸੀਂ ਉਹ ਗਰਾਊਂਡ ਜਿਹੜੀ ਉਹ ਪੱਧਰੀ ਕਰ ਰਹੇ ਸੀ ਟਰੈਕਟਰ ਦੇ ਨਾਲ। ਅੱਛਾ ਜੀ। ਮਿੱਟੀ ਘੱਟੇ ਨਾਲ ਭਰੇ ਤਾਂ ਸਾਹਿਬ ਸਾਡੇ ਕੋਲ ਆ ਕੇ ਨਾ ਖੇਸੀ ਦੀ ਬੋਕਲ ਲਈ ਔਰ ਚੁੱਪ ਕਰਕੇ ਪਿੱਛੇ ਆ ਕੇ ਖੜ ਗਏ। ਅੱਛਾ। ਔਰ ਅਸੀਂ ਨਹੀਂ ਦੇਖਿਆ ਜਦੋਂ ਅਸੀਂ ਦੇਖਿਆ ਵੀ ਸਾਹਿਬ ਸਾਡੇ ਪਿੱਛੇ ਆ ਖੜੇ, ਉਹਨਾਂ ਪੁੱਛਿਆ। ਔਰ ਸਾਹਿਬ ਇਹੋ ਜਿਹੇ ਲੀਡਰ ਸੀ ਕਿ ਉਹ ਪਹਿਲਾਂ ਰਾਤ ਨੂੰ ਵੀ ਆ ਕੇ ਦੇਖ ਲੈਂਦੇ ਸੀ ਕਿ ਜਿੱਥੇ ਮੈਂ ਕੰਮ ਕਰਨਾ ਕੀ ਮੇਰਾ ਵਰਕਰ ਉੱਥੇ ਜਾਗਦਾ, ਤਿਆਰੀ ਕਰਦਾ। ਅੱਛਾ। ਤੇ ਅੱਜ ਦੇ ਤਾਂ ਸਾਡੇ ਲੀਡਰ ਇਹ ਆ ਕਿ ਅਸੀਂ ਵੱਡੀਆਂ ਰੈਲੀਆਂ ਤੇ ਕੀ ਅਸੀਂ ਛੋਟੀ ਮੀਟਿੰਗ ਕਰਨੀ ਹੋਵੇ ਤਾਂ ਉੱਥੇ 2-2 ਘੰਟੇ ਲੇਟ ਪਹੁੰਚਦੇ। ਲੋਕਾਂ ਨੂੰ ਇਸ ਤਰ੍ਹਾਂ ਸਮਝ ਲੈਂਦੇ ਕਿ ਉਹ ਲੋਕ ਤਾਂ ਵਿਹਲੇ ਹੀ ਆ, ਸਮੇਂ ਦੀ ਕੋਈ ਪਾਬੰਦੀ ਨਹੀਂ ਹੈ। ਕਿਉਂਕਿ ਜਦੋਂ ਕੋਈ ਵੀ ਮਿਸ਼ਨ ਆ, ਕੋਈ ਵੀ ਕੰਮ ਹੈਗਾ, ਤੁਸੀਂ ਜਦੋਂ ਵੀ ਚੱਲਦੇ ਹੋ ਤਾਂ ਸਾਨੂੰ ਉਸ ਚੀਜ਼ ਦੇ ਉੱਤੇ ਪਾਬੰਦ ਹੋ ਕੇ ਚੱਲਣਾ ਪਊਗਾ। ਜੇ ਸਮੇਂ ਦੀ ਅਸੀਂ ਕਦਰ ਨਹੀਂ ਕਰਾਂਗੇ ਤਾਂ ਸਮਾਂ ਸਾਡੀ ਨਹੀਂ ਕਰੂਗਾ। ਤੇ ਤੁਸੀਂ ਸਾਈਕਲਾਂ ਦੇ ਉੱਤੇ ਰੈਲੀਆਂ ਕੀਤੀਆਂ ਸਾਹਿਬ ਦੇ ਨਾਲ? ਬਹੁਤ ਜੀ, ਬਹੁਤ ਸਾਰੇ ਫਿਰੇ। ਅਸੀਂ ਕਰੀਮਪੁਰੀ ਸਾਹਿਬ ਨਾਲ ਵੀ ਸਾਈਕਲਾਂ ਤੇ ਸਾਈਕਲ ਰੈਲੀ ਕੀਤੀ ਆ। ਸਾਡੇ ਇੱਥੋਂ ਕਰਕੇ ਗਏ ਸੀ ਬਾਟਾਂ ਵੱਜਦੀ ਇੱਧਰੋਂ ਪਿੰਡ ਵਿੱਚ ਦੀ। ਕਿੱਦਾਂ ਦੇ ਵਿਚਾਰ ਹੁੰਦੇ ਸੀ ਸਾਹਿਬ ਕਾਂਚੀ ਰਾਮ ਜੀ ਦੇ? ਕੀ ਉਹਨਾਂ ਦੀ ਇੱਛਾ ਸੀ ਵੀ ਜਿਹੜਾ ਅੱਜ ਸਮਾਜ ਜਿਹਨੂੰ ਪੰਚ ਬਣਨ ਦੇ ਅਧਿਕਾਰ ਨਹੀਂ ਸੀਗੇ, ਸਰਪੰਚ ਬਣਨ ਦੇ ਅਧਿਕਾਰ ਨਹੀਂ ਸੀਗੇ, ਵੀ ਉਹਨਾਂ ਨੂੰ MLA ਬਣਾਉਣਾ? ਦੇਖੋ ਜੀ, ਜਿੰਨਾ ਕੁ ਅਸੀਂ ਸਾਹਿਬ ਦੇ ਨਾਲ ਰਹੇ ਆ ਜੀ ਤੋਂ ਮੈਂ ਸਮਝਦਾ ਕਿ ਅਸੀਂ ਬੜੇ ਮੁਕੱਦਰਾਂ ਵਾਲੇ ਆ। ਸਾਹਿਬ ਇੱਕ ਲੀਡਰ ਨਹੀਂ ਸੀ, ਉਹ ਸਾਡੇ ਰਹਿਬਰ ਸੀ। ਵਾਹ ਜੀ ਵਾਹ। ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਸੀ ਉਹਨੂੰ ਵੀ ਸਾਹਿਬ ਨੇ ਬਿਆਨ ਕੀਤਾ ਹੋਇਆ ਕਿ ਆਹ ਹੋਣਾ। ਹੁਣ ਸਾਹਿਬ ਨੇ ਕਿਹਾ ਸੀ ਮੇਰੇ ਜਾਣ ਤੋਂ ਬਾਅਦ ਮੈਨੂੰ ਲੱਗਦਾ ਕਿ ਮੇਰਾ ਜਿਹੜਾ ਮਿਸ਼ਨ ਹੈ ਉਹ ਕਿਤੇ ਮੂਤ ਦੀ ਝੱਗ ਵਾਂਗ ਨਾ ਬਹਿ ਜਾਏ। ਔਰ ਸਾਹਿਬ ਨੇ, ਕਿਉਂਕਿ ਉਹਨਾਂ ਨੂੰ ਸਾਫ਼ ਦਿਖਾਈ ਦੇ ਰਿਹਾ ਸੀ ਨਾ ਕਿ ਮੇਰੇ ਜਿਹੜੀ ਲੀਡਰਸ਼ਿਪ ਹੈ ਉਹ ਕਰ ਕੀ ਰਹੇ ਆ। ਕਈਆਂ ਲੋਕਾਂ ਨੂੰ ਤਾਂ ਇਹ ਆ, ਅੱਜ ਵੀ ਬਹੁਤ ਸਾਰੇ ਇਹੋ ਜਿਹੇ ਹੈਗੇ ਲੀਡਰ, ਜੇ ਤਾਂ ਤੁਸੀਂ ਅਹੁਦਾ ਦੇ ਦਿਓ ਤਾਂ ਕੰਮ ਕਰਨਾ, ਅਹੁਦੇ ਦੇ ਨਾਲ ਹੀ ਅਸੀਂ ਚੱਲਣਾ। ਜੇ ਸਾਡੇ ਕੋਲ ਅਹੁਦਾ ਨਹੀਂ ਤਾਂ ਸਾਡੇ ਕੋਲ ਸਮਾਂ ਨਹੀਂ। ਤਾਂ ਸਭ ਤੋਂ ਵੱਧ ਮਿਸ਼ਨਰੀ ਕਹਾਉਣਾ ਕਿ ਅਸੀਂ ਮਿਸ਼ਨਰੀ ਹਾਂ। ਔਰ ਲੀਡਰਸ਼ਿਪ ਦੇ ਗਲ 'ਚ ਬੂਠਾ ਦੇਣਾ ਕਿ ਮੈਨੂੰ ਐਲਾਨੋ ਕਿ ਤੁਹਾਨੂੰ ਜਾਂ ਚੇਅਰਮੈਨ ਬਣਾਵਾਂਗੇ ਜਾਂ ਤੁਹਾਨੂੰ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਬਣਾਵਾਂਗੇ। ਸਰਕਾਰ ਬਣੇ ਨਾ ਬਣੇ, ਗੱਲਾਂ ਦੇ ਨਾਲ ਸਭ ਕੁਝ ਇਹੀ ਬਣ ਕੇ ਤਾਂ ਫਿਰ ਮਿਸ਼ਨ ਲਈ ਉਤਰਦੇ ਆ। ਅੱਜ ਲੋਕ ਬੜੇ ਸਿਆਣੇ ਆ ਭਾਜੀ, ਲੋਕ ਸਿਆਣੇ, ਉਹ ਸਭ ਸਮਝਦੇ ਆ ਕੌਣ ਕਿੱਥੇ ਕੀ ਕਰ ਰਿਹਾ। ਅੱਜ ਤੁਸੀਂ ਮੇਰਾ ਘਰ ਦੇਖ ਲਿਆ, ਅਸੀਂ ਆਪਣੇ ਲਈ ਕੁਝ ਨਹੀਂ ਬਣਾਇਆ। ਬੈਂਕ ਬੈਲੈਂਸ ਨਹੀਂ ਸਾਡੇ ਕੋਲ, ਕੁਝ ਨਹੀਂ ਹੈਗਾ। ਸਿਰਫ ਇੰਨਾ ਕਿਹਾ ਵੀ ਆਪਣੇ ਬੱਚਿਆਂ ਨੂੰ ਅਸੀਂ ਆਪਣੇ ਰਹਿਬਰਾਂ ਦੀ ਦਿੱਤੀ ਹੋਈ ਪੜ੍ਹਾਈ ਜਿਹੜੀ ਆ ਉਹ ਦਿੱਤੀ। ਆਪਣੇ ਬੱਚਿਆਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਰੱਖਿਆ ਹੋਇਆ, ਬਾਬਾ ਸਾਹਿਬ ਦੇ ਲੜ ਲਾਇਆ ਹੋਇਆ। ਸਾਹਿਬ ਦੀ ਮੂਵਮੈਂਟ ਲਈ ਮੇਰੇ ਘਰ ਥੱਬਾ ਕਿਤਾਬਾਂ ਦਾ ਪਿਆ, ਬੱਚੇ ਪੜ੍ਹਦੇ ਆ। ਅਜੇ ਮੈਂ 3-4 ਦਿਨ ਹੋਇਆ ਸਾਹਿਬ ਦੀ ਲਿਖੀ ਹੋਈ ਕਿਤਾਬ ਲੈ ਕੇ ਆਇਆ, ਚਮਚਾ ਜੁਗ, ਜੋ ਕਿ ਅੰਗਰੇਜ਼ੀ ਵਿੱਚ ਲਿਖੀ ਹੋਈ ਸੀ, ਉਹ ਪੰਜਾਬੀ 'ਚ ਆਈ ਆ। ਉਹ 4-5 ਆਈਆਂ ਵੀ ਆ, ਉਹ ਮੈਂ ਕੁਛ ਜਿਹੜੇ ਸਾਥੀ ਪੜ੍ਹਨ ਵਾਲੇ ਉਹਨਾਂ ਨੂੰ ਵੀ ਦਿੱਤੀਆਂ ਵੀ ਪੜ੍ਹੋ।
ਤਾਂ ਕਿ ਸਾਨੂੰ ਪਤਾ ਲੱਗੇ, ਕਿਉਂਕਿ ਜਦੋਂ ਅਸੀਂ ਤਰਕ ਦੇ ਆਧਾਰ ਨਾਲ ਗੱਲ ਕਰਾਂਗੇ ਤੇ ਜਿਹੜੀ ਲੀਡਰਸ਼ਿਪ ਉਹਨੂੰ ਜਵਾਬ ਦੇਣਾ ਵੀ ਔਖਾ ਹੁੰਦਾ। ਜਿਵੇਂ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਉਹ ਇੱਕ ਆਮ ਬੱਚਿਆਂ ਦੇ ਨਾਲ ਵੀ ਗੱਲੀ ਪੈ ਜਾਂਦੇ ਸੀਗੇ। ਹਾਂਜੀ, ਹਰ ਇੱਕ ਦੀ ਗੱਲ ਲੋਕ ਸਵਾਲ ਕਰਦੇ ਸੀ, ਉਹਦੇ ਵਿੱਚੋਂ ਬਹੁਤ ਕੁਝ ਸਿੱਖਦੇ ਵੀ ਸੀ ਤੇ ਸਿਖਾਉਂਦੇ ਵੀ ਸੀ, ਤਰਕ ਦੇ ਆਧਾਰ ਤੇ ਗੱਲ ਕਰਦੇ ਸੀ। ਕੀ ਲੱਗਦਾ ਵੀ ਅੱਜ ਦੇ ਜਿਹੜੇ ਸਾਡੇ ਲੀਡਰ ਸਾਹਿਬਾਨ ਹੈਗੇ ਨੇ, ਜਦ ਕਿ ਬਹੁਤ ਸਾਰੇ ਸੁੱਖ ਸਹੂਲਤਾਂ ਵੀ ਮਿਲੀਆਂ, ਗੱਡੀਆਂ ਮੋਟਰਾਂ ਮਿਲੀਆਂ, ਸਾਰਾ ਕੁਝ ਹੈ, ਐਸ਼ੋ ਆਰਾਮ ਵੀ ਮਿਲੀ ਆ, ਸਮਾਜ ਲਈ ਕੰਮ ਕਰਨ ਦੇ ਵਾਸਤੇ ਸਮਾਜ ਸਾਥ ਵੀ ਦੇ ਰਿਹਾ, ਵੋਟ ਵੀ ਪਾ ਰਿਹਾ ਤੇ ਫਾਈਨੈਂਸ਼ੀਅਲੀ ਸਪੋਰਟ ਵੀ ਕਰ ਰਿਹਾ ਮਿਸ਼ਨ ਦੇ ਵਾਸਤੇ, ਕੀ ਕਹਿਣਾ ਚਾਹੋਗੇ ਕਿ ਇਹ ਜਿਵੇਂ ਸਾਹਿਬ ਕਾਂਚੀ ਰਾਮ ਜੀ ਜਿਨ੍ਹਾਂ ਚੌਂਤਿਆਂ ਤੇ ਜਾ ਕੇ ਉਹਨਾਂ ਨੇ ਹੱਥ ਦੇ ਵਿੱਚ ਮੂੰਹ ਨਾਲ ਸਪੀਕਰ ਲਾ ਕੇ ਭਾਸ਼ਣ ਦਿੱਤੇ ਨੇ, ਸਾਈਕਲ ਜਿਸ ਬੋਰਡ ਦੇ ਨਾਲ ਖੜਾ ਕੀਤਾ, ਜਿਸ ਮੁੱਖ ਨਾਲ ਖੜਾ ਕੀਤਾ, ਉਹਨਾਂ ਆਮ ਥੜਿਆਂ ਦੇ ਵਿੱਚ ਜਾ ਕੇ ਲੀਡਰ ਸਾਹਿਬਾਨ ਉਹ ਦੇਖਦੇ ਨੇ ਕਿ ਇੱਥੇ ਸਾਹਿਬ ਕਾਂਚੀ ਰਾਮ ਜੀ ਭਾਸ਼ਣ ਦਿਆ ਕਰਦੇ ਸੀ, ਲੋਕ ਸ਼ਾਇਦ ਉਡੀਕਦੇ ਹੋਣ। ਗੁੜਾ ਸਾਹਿਬ ਇਹ ਹੈ ਕਿ ਜਿਸ ਤਰ੍ਹਾਂ ਸਾਹਿਬ ਕਾਂਚੀ ਰਾਮ ਜੀ ਹੈ ਨਾ, ਜਦੋਂ ਆਪਾਂ ਕੋਈ ਵੀ ਗੱਲ ਕਰਦੇ ਸੀ, ਕੋਈ ਵੀ ਬੰਦਾ ਸਵਾਲ ਕਰਦਾ ਤੇ ਸਾਹਿਬ ਕਾਂਚੀ ਰਾਮ ਜੀ ਬੜੀ ਨਿਮਰਤਾ ਦੇ ਨਾਲ ਉਹਦੀ ਗੱਲ ਸੁਣਦੇ ਸੀ। ਜਦੋਂ ਗੱਲ ਸੁਣਦੇ ਸੀ ਤਾਂ ਹਰ ਇੱਕ ਨੂੰ, ਜਦੋਂ ਕੋਈ ਉਹਨਾਂ ਦੇ ਕੰਮ ਦੀ ਗੱਲ ਸੀ ਤਾਂ ਉਹਨੂੰ ਦੱਸਦੇ, ਜੇ ਕਿਤੇ ਗਲਤ ਵੀ ਸੀ ਉਹਨੂੰ ਕਹਿ ਦਿੰਦੇ ਸੀ ਵੀ ਭਾਈ ਤੂੰ ਇੱਥੋਂ ਗਲਤ ਆ, ਇੱਥੋਂ ਠੀਕ ਕਰੋ, ਇੱਥੋਂ ਆਪਣੇ ਆਪ ਨੂੰ ਠੀਕ ਕਰੋ। ਔਰ ਸਾਡਾ ਜਿਹੜਾ ਅੱਜ ਦਾ ਸਿਸਟਮ ਹੈ, ਅੱਜ ਤੁਸੀਂ ਕਿਸੇ ਲੀਡਰ ਨੂੰ ਕਹਿ ਕੇ ਦੇਖ ਲਓ ਵੀ ਭਾਈ ਇੱਥੇ ਸਾਡੇ ਵਿੱਚ ਨੁਕਸ ਆ, ਇਹਨੂੰ ਆਪਾਂ ਸੈੱਟ ਕਰੋ, ਉਹ ਕਹਿੰਦਾ ਤੂੰ ਬਾਹਰ ਚੱਲ, ਤੈਨੂੰ ਪਤਾ ਹੀ ਕੁਝ ਨਹੀਂ, ਤੈਨੂੰ ਕੱਖ ਨਹੀਂ ਪਤਾ, ਤੂੰ ਬਾਹਰ ਚੱਲ, ਤੂੰ ਕੌਣ ਹੁੰਨਾ, ਤੂੰ ਮੈਨੂੰ ਇੱਕ ਉੱਠ ਕੇ ਸਵਾਲ ਕਰੇਂਗਾ। ਜਦੋਂ ਅਸੀਂ ਆਪਣੇ ਘਰ ਦੇ ਅੰਦਰ, ਤੁਸੀਂ ਆਪਣਾ ਜਿਹੜੀ ਪਾਰਟੀ ਹੈ, ਸਾਡਾ ਪਰਿਵਾਰ ਹੈ, ਆਪਣਾ ਘਰ ਆ, ਬਿਲਕੁਲ ਇਹੀ ਹਾਲ ਸਾਡੇ ਘਰ ਦਾ ਆ। ਜੇ ਮੇਰੇ ਘਰ ਦੇ ਵਿੱਚ ਮੇਰਾ ਬੇਟਾ ਕੋਈ ਗਲਤ ਕੰਮ ਕਰਦਾ, ਮੈਂ ਉਹਨੂੰ ਕਹੂੰਗਾ ਬੇਟਾ ਤੂੰ ਇੱਥੋਂ ਗਲਤ ਕਰਦਾ, ਤਾਂ ਬੇਟਾ ਕਹੂਗਾ ਚੱਲ ਬਾਹਰ ਬਈ, ਜਾਂ ਮੈਨੂੰ ਬੇਟਾ ਕਹੇ ਡੈਡੀ ਤੂੰ ਇੱਥੋਂ ਗਲਤ ਆ, ਮੈਂ ਉਹਨੂੰ ਕਹਾਂ ਚੱਲ ਬਾਹਰ ਬਈ, ਤਾਂ ਉਹ ਸਾਡਾ ਕੋਈ ਮਸਲੇ ਦਾ ਹੱਲ ਨਹੀਂ ਹੈ। ਕਿਉਂਕਿ ਜਿੱਥੇ ਮੈਨੂੰ ਲੱਗਿਆ ਮੇਰੇ ਵਿੱਚ ਗਲਤੀ ਹੈ ਜਾਂ ਮੇਰੇ ਬੇਟੇ 'ਚ ਗਲਤੀ ਹੈ, ਮੈਂ ਉਹਨੂੰ ਸੁਧਾਰਾਂਗਾ, ਤਾਂ ਹੀ ਅਸੀਂ ਅੱਗੇ ਵਧਾਂਗੇ। ਜੇਕਰ ਮੈਂ ਉਹਨੂੰ ਸੁਧਾਰਾਂਗਾ ਨਹੀਂ ਤਾਂ ਉਹ ਜਿਹੜੀ ਸਾਡੀ ਮੂਵਮੈਂਟ ਆ ਉਹ ਜਿਹੜੀ ਉਹ ਨਹੀਂ ਸਾਈਡ ਤੇ ਨਹੀਂ ਹੋਵੇਗੀ। ਕਿਉਂਕਿ ਸਾਡੇ ਲੀਡਰ ਅੱਜ ਦੇ ਜਿਹੜੇ ਉਹ ਕਿਸੇ ਦੀ ਗੱਲ ਸੁਣਨ ਲਈ ਤਿਆਰ ਨਹੀਂ। ਜਦੋਂ ਅਸੀਂ ਕਿਸੇ ਦੀ ਗੱਲ ਸੁਣਾਂਗੇ ਉਹਦੇ ਵਿੱਚੋਂ ਸਾਨੂੰ ਕੁਝ ਗੱਲਾਂ ਲੱਭਦੀਆਂ। ਹੁਣ ਗੁੜਾ ਸਾਹਿਬ, ਮੈਂ ਲਗਭਗ ਮੈਂ ਇੱਥੇ ਕੰਮ ਕਰਦਾ, ਮੇਰੇ ਹਰ ਪਾਰਟੀ ਦਾ ਲੀਡਰ ਮੇਰਾ ਮਾਨ ਸਨਮਾਨ ਕਰਦਾ। ਮੈਂ ਕਿਤੇ ਜਾਂਦਾ ਹੋਵਾਂ, ਕਿਤੇ ਵਰਕਰ ਕੋਈ ਖੜਾ, ਜੇ ਉਹਨੇ ਦੇਖ ਲਿਆ ਬਾਜ਼ ਮਾਰੀ, ਅਸੀਂ ਰੁਕ ਕੇ ਜਾ ਕੇ ਜੱਫੀ ਪਾ ਕੇ ਮਿਲ ਕੇ ਖੜ ਕੇ ਜਾਣਾ, ਉਹਦੇ ਨਾਲ ਵਰਕਰ ਦਾ ਮਾਣ ਵੱਧਦਾ। ਜਦੋਂ ਸਾਡਾ ਵਰਕਰ ਖੜ ਕੇ ਆਵਾਜ਼ ਮਾਰਦਾ, ਅਸੀਂ ਚੁੱਪ ਕਰਕੇ ਹਲੋ ਕਰਕੇ ਹੱਥ ਕਰਕੇ ਨਿਕਲ ਗਏ। ਵਰਕਰ ਦਾ ਕਹਿੰਦਾ ਯਾਰ ਛੱਡ ਪਰੇ, ਜਦ ਆਪਾਂ ਨੂੰ ਨਹੀਂ ਬੁਲਾਉਂਦਾ ਅਸੀਂ ਇਹ ਤੋਂ ਕੀ ਲੈਣਾ। ਜਿਹੜਾ ਤੁਹਾਡਾ ਮਾਨ ਸਨਮਾਨ ਆ, ਔਰ ਮੇਰਾ ਜੇ ਅਸੀਂ ਸਾਹਿਬ ਦੇ ਨਾਲ ਕੰਮ ਕੀਤਾ, ਸਾਡੀਆਂ ਫੋਟੋ ਤਾਂ ਚਲੋ ਨਹੀਂ ਹੈਗੀਆਂ, ਲੇਕਿਨ ਇਹ ਸਾਡੀ ਪੂਰੀ ਲੀਡਰਸ਼ਿਪ ਨੂੰ ਪਤਾ ਕਿ ਬਹੁਜਨ ਸਮਾਜ ਪਾਰਟੀ ਦਾ ਨਾਲ ਮਲਕੀਤ ਚੁੰਬਰ ਕਦੋਂ ਦਾ ਜੁੜਿਆ ਔਰ ਕਿੰਨਾ ਇਹਨਾਂ ਨੇ ਕੰਮ ਕੀਤਾ ਹੈ। ਇਹ ਵੀ ਪਤਾ ਲੱਗਾ ਕਿ ਤੁਸੀਂ ਜਦੋਂ ਪਹਿਲਾਂ ਗੱਲ ਕਰਦੇ ਆ ਤੇ ਦੱਸਿਆ ਵੀ DS4 ਜਦੋਂ ਨਾਮ ਸੀ ਇਸ ਪਾਰਟੀ ਦਾ, ਉਦੋਂ ਤੋਂ ਜੁੜੇ ਆ। ਹਾਂਜੀ ਬਿਲਕੁਲ, ਬਿਲਕੁਲ ਜੀ ਬਿਲਕੁਲ। ਤੇ ਉਸ ਤੋਂ ਬਾਅਦ ਫਿਰ ਬਹੁਜਨ ਸਮਾਜ ਪਾਰਟੀ ਦਾ ਨਾਮ ਆਇਆ ਤੇ ਉਸ ਤੋਂ ਵੀ ਨਾਲ ਜੁੜੇ ਰਹੇ। ਇਲੈਕਸ਼ਨ ਵੀ ਲੜੀ ਕੋਈ? ਨਹੀਂ ਜੀ, ਮੈਂ ਸਰਪੰਚੀ ਦੀ ਇਲੈਕਸ਼ਨ ਲੜੀ ਆ, ਸਰਪੰਚ ਮੈਂ ਬਣਿਆ। ਅੱਛਾ। ਇਸ ਨਗਰ ਤੋਂ ਸਰਪੰਚ ਰਿਹਾ ਮੈਂ। ਹਾਂ। ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਦਾ ਪ੍ਰਧਾਨ ਰਿਹਾ। ਅੱਛਾ। ਤੇ ਤੁਸੀਂ MLA ਦੀ ਇਲੈਕਸ਼ਨ ਨਹੀਂ ਲੜੀ? ਨਹੀਂ ਜੀ ਨਹੀਂ, ਕਿਉਂਕਿ ਮੇਰੀ ਆਪਣੇ ਘਰ ਦੇ ਹਾਲਾਤ, ਕਿਉਂਕਿ ਮੈਨੂੰ ਉਹਨਾਂ ਲੀਡਰਾਂ ਨੂੰ ਫੜਾ ਨਹੀਂ ਮਾਰਨੀਆਂ ਆਉਂਦੀਆਂ ਕਿ ਪੱਲੇ ਨਹੀਂ ਧੇਲਾ ਤਾਂ ਕਰਦੀ ਮੇਲਾ ਮੇਲਾ, ਕਿਉਂਕਿ ਮੈਂ ਆਪਣਾ ਪਰਿਵਾਰ 'ਚ ਵੀ ਚਲਾਉਣਾ, ਰਹਿਬਰਾਂ ਦੀ ਮੂਵਮੈਂਟ ਨੂੰ ਵੀ ਟਾਈਮ ਦੇਣਾ। ਜੇ ਮੇਰੇ ਕੋਲ ਪੈਸਾ ਹੋਊਗਾ ਤਾਂ ਮੈਂ ਲੜੂੰਗਾ, ਮੈਂ ਲੋਕਾਂ ਦੀਆਂ ਜੇਬਾਂ ਕੱਟ ਕੇ ਥੋੜੀ ਲੜਨੀ। ਪਰ ਉਹਨਾਂ ਦੇ ਕੋਲ ਪੈਸਾ ਥੋੜੀ ਸੀ ਜਿਹੜੇ ਰਿਕਸ਼ੇ ਤੇ ਝੰਡਾ ਲਾ ਕੇ ਆਪਣਾ ਪ੍ਰਚਾਰ ਆਪ ਕਰਦੇ ਸੀ, ਰਿਕਸ਼ਾ ਯੂਨੀਅਨ ਪ੍ਰਚਾਰ ਕਰਦੀ ਸੀ ਵੀ ਸਾਡਾ MLA ਹੋਏਗਾ ਰਿਕਸ਼ੇ ਵਾਲਾ। ਉਸ ਗੁੜਾ ਸਾਹਿਬ ਉਹ ਸੀ ਸਾਹਿਬ ਕਾਂਚੀ ਰਾਮ ਦੇ ਵੇਲੇ 'ਚ, ਜਦੋਂ ਇਦਾਂ ਦੀਆਂ ਇਲੈਕਸ਼ਨਾਂ ਲੜੀਆਂ ਜਾਂਦੀਆਂ ਸੀ, ਕਿਉਂਕਿ ਸਾਹਿਬ ਜਦੋਂ ਇਲੈਕਸ਼ਨ ਲੜਾਉਂਦੇ ਸੀ, ਸਾਹਿਬ ਉਹਨੂੰ ਪਾਰਟੀ ਵੱਲੋਂ ਵੀ ਫੰਡ ਦਿੰਦੇ ਸੀ। ਤੇ ਹੁਣ ਇਹ ਆ ਕਿ ਤੁਸੀਂ MLA ਦੀ ਇਲੈਕਸ਼ਨ ਲੜਨੀ ਹੈ ਤਾਂ ਪਹਿਲਾਂ ਤੁਸੀਂ ਪੈਸੇ ਦਿਓ। ਅੱਛਾ। ਪਹਿਲਾਂ ਤੁਸੀਂ ਪੈਸੇ ਦਿਓ, ਫਿਰ ਤੁਹਾਨੂੰ ਟਿਕਟ ਮਿਲੂਗੀ, ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਕਿੱਦਾਂ ਇਕੱਠੇ ਕਰਨੇ। ਸਾਡਾ ਕਿਉਂਕਿ ਕਾਰਨ ਤਾਂ ਸਾਡਾ ਇਹੀ ਹੋਇਆ ਨਾ। ਹੁਣ ਜੇ ਅਸੀਂ 20 ਸੀਟਾਂ ਲਈਆਂ, 20 ਸੀਟਾਂ ਤੇ ਅਸੀਂ ਆਪਣੇ ਬੰਦਿਆਂ ਨੂੰ ਟਿਕਟਾਂ ਨਹੀਂ ਦਿੱਤੀਆਂ, ਉਹਦਾ ਕਾਰਨ ਤਾਂ ਇਹੀ ਸੀ ਕਿ ਜੇ ਅਸੀਂ ਆਪਣੇ 20 ਬੰਦੇ ਉਹ ਮਿਸ਼ਨਰੀ ਕਹਿ ਕੇ ਉਤਾਰ ਦਿੱਤੇ, ਅਸੀਂ ਪੈਸਾ ਕਿੱਥੋਂ ਲੈਣਾ। ਅਸੀਂ ਮੈਂ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਇਹ ਗੱਲ ਮੈਂ ਸ਼ਰੇਆਮ ਕਹੂੰਗਾ ਕਿ 2022 ਦੀ ਇਲੈਕਸ਼ਨ ਸਰਦਾਰ ਜਸਵੀਰ ਸਿੰਘ ਗੜੀ ਦੀ ਪ੍ਰਧਾਨਗੀ ਹੇਠ ਲੜੀ ਗਈ। ਅਸੀਂ ਇਹਨੂੰ
ਜਿੱਤਣ ਲਈ ਨਹੀਂ ਲੜਿਆ, ਪੈਸੇ ਇਕੱਠਾ ਕਰਨ ਲਈ ਲੜਿਆ। ਚਲੋ ਪਾਰਟੀ ਫੰਡ ਦੇ ਨਾਮ ਤੇ ਪੈਸੇ, ਪਾਰਟੀ ਫੰਡ ਦੇ ਨਾਮ ਤੇ ਇਕੱਠਾ ਕੀਤਾ ਨਹੀਂ, ਪਾਰਟੀ ਫੰਡ ਦਾ ਹਿਸਾਬ ਭਾਜੀ ਹੋਰ ਹੁੰਦਾ। ਚਲੋ ਇਹ ਚਲੋ ਪੈਸਿਆਂ ਦੀ ਲੈਣ ਦੇਣ ਦੀ ਅੰਦਰਲੀ ਗੱਲ ਹੁੰਦੀ ਆ, ਪਰਿਵਾਰ ਦਾ ਮਾਮਲਾ ਹੈ। ਬਿਲਕੁਲ ਬਿਲਕੁਲ, ਆਪਣਾ ਸਮਾਜ, ਆਪਣੇ ਲੀਡਰ ਹੈਗੇ ਨੇ, ਕਿਤੇ ਫੇਰ ਕਰਾਂਗੇ। ਤੇ ਕੀ ਕਹਿਣਾ ਚਾਹੋਗੇ, ਅਸਲ ਦੇ ਵਿੱਚ ਸਮਾਜ ਦੇ ਹੱਥ ਦੇ ਵਿੱਚ ਰਾਜ ਭਾਗ ਆਊ ਕਿੱਦਾਂ? ਜਿਸ ਤਰ੍ਹਾਂ ਦੇ ਹਾਲਾਤ ਹੈ ਜੀ, ਸਾਨੂੰ ਤਾਂ ਨਹੀਂ ਲੱਗਦਾ, ਅਸੀਂ ਤਾਂ ਲੱਗਦਾ ਕਿ ਇਸੇ ਤਰ੍ਹਾਂ ਹੀ ਚੱਲ ਜਾਾਂਗੇ। ਰਾਜ ਭਾਗ ਦੇਖਣਾ ਸਾਡੇ ਨਸੀਬਾਂ 'ਚ ਤਾਂ ਨਹੀਂ ਹੈ, ਕਿਉਂਕਿ ਮੂਵਮੈਂਟ ਜਿਸ ਮੁਕਾਮ ਦੇ ਉੱਤੇ ਜਾ ਕੇ ਖੜ ਗਈ ਹੈ ਤਾਂ ਨਹੀਂ ਲੱਗਦਾ ਕਿ ਅਸੀਂ ਰਾਜ ਭਾਗ ਦੇਖ ਕੇ ਜਾਵਾਂਗੇ। ਕਿਉਂਕਿ ਮੂਵਮੈਂਟ ਨੂੰ ਉਭਾਰਨ ਦੇ ਲਈ ਸਾਨੂੰ ਇਮਾਨਦਾਰੀ ਔਰ ਨਿਰਪੱਖਤਾ ਦੇ ਨਾਲ ਕੰਮ ਕਰਨਾ ਪਊਗਾ, ਤਾਂ ਹੀ ਅਸੀਂ ਮੂਵਮੈਂਟ ਜਿਹੜੀ ਆ ਉਹਨੂੰ ਲੈ ਕੇ ਜਾਵਾਂਗੇ। ਅਸੀਂ ਮੂਵਮੈਂਟ ਨੂੰ ਅੱਜ ਇੰਨਾ ਕੁ ਕਰ ਦਿੱਤਾ ਕਿ ਸਾਡੇ ਸਮਾਜ ਦਾ ਕੋਈ ਵੀ ਬੰਦਾ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ। ਚੁੰਬਰ ਸਾਹਿਬ, ਇਹ ਹੋ ਗਿਆ ਰਾਜਨੀਤਿਕ ਪੱਖ। ਹਾਂਜੀ, ਜੇ ਆਪਾਂ ਸਮਾਜਿਕ ਪੱਖ ਨੂੰ ਲਈਏ, ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਨੇ ਬੜੀ ਜਦੋਜਹਿਦ ਦੇ ਨਾਲ ਆਪ ਭੁੱਖਿਆਂ ਰਹਿ ਕੇ ਜਿਹੜੇ ਸਾਨੂੰ ਸੰਵਿਧਾਨਕ ਹੱਕ, ਹਕੂਕ, ਅਧਿਕਾਰ ਦਿੱਤੇ ਨੇ, ਐਜੂਕੇਸ਼ਨ ਦਾ, ਕਿ ਜਿਹੜਾ ਵਿੱਦਿਆ ਦਾ, ਜਿਹੜਾ ਫ੍ਰੀ ਵਿੱਦਿਆ ਹੋਏਗੀ, ਸੇ ਸਹੂਲਤਾਂ ਹੋਣਗੀਆਂ, ਰੁਜ਼ਗਾਰ ਦੇ ਵਿੱਚ ਰਿਜ਼ਰਵੇਸ਼ਨ ਦਿੱਤੀ ਹੈ, ਅੱਜ ਸਾਰਾ ਕੁਝ ਖੁੱਸ ਗਿਆ। ਕੌਣ ਕਸੂਰਵਾਰ ਮੰਨਦੇ ਹੋ? ਉਹਦੇ ਵਿੱਚ ਮੈਂ ਤਾਂ ਤੁਹਾਨੂੰ ਪਹਿਲੇ ਇਹ ਗੱਲ ਕਹਿ ਦਿੱਤੀ ਕਿ ਜਿਹੜੇ ਬਾਬਾ ਸਾਹਿਬ ਅੰਬੇਡਕਰ ਨੇ ਸਾਨੂੰ ਰਿਜ਼ਰਵੇਸ਼ਨ ਦਿੱਤੀ, ਜਿਹੜੇ ਉਸ ਰਿਜ਼ਰਵੇਸ਼ਨ ਦੇ ਤਹਿਤ ਚੁਣ ਕੇ ਨੁਮਾਇੰਦੇ ਗਏ ਸਾਡੇ, ਜਿਸ ਸੰਸਦ ਦੇ ਅੰਦਰ ਸਾਡੇ ਲਈ ਹੱਕ ਅਧਿਕਾਰ ਜਿਹੜੇ ਸਾਡੇ ਲਈ ਬਾਬਾ ਸਾਹਿਬ ਦੇ ਦਿੱਤੇ ਹੋਏ ਅਧਿਕਾਰਾਂ ਤੋਂ ਹੋਰ ਉਹਨਾਂ ਨੇ ਅੱਗੇ ਵਧਾਉਣੇ ਚਾਹੀਦੇ ਸੀ, ਉਹ ਵੀ ਉਹਨਾਂ ਨੇ ਖਤਮ ਕਰ ਦਿੱਤੇ। ਵਧਾਉਣੇ ਤਾਂ ਕੀ ਸੀ? ਜੇ ਸਾਡਾ ਦੇਸ਼ ਦਾ ਸੰਵਿਧਾਨ ਕਹਿੰਦਾ ਸਾਡੀ ਜਿਹੜੀ ਸਿਹਤ ਸਹੂਲਤਾਂ ਜਿਹੜੀਆਂ ਹੈਗੀਆਂ ਆ ਜਾਂ ਸਿੱਖਿਆ ਹੈ ਉਹ ਫ੍ਰੀ ਹੋਣੀ ਚਾਹੀਦੀ ਆ, ਬਿਲਕੁਲ, ਔਰ ਅੱਜ ਸਭ ਤੋਂ ਮਹਿੰਗੀਆਂ ਸਾਡੇ ਲਈ ਉਹੀ ਆ, ਉਹ ਦੋਨੋਂ ਚੀਜ਼ਾਂ, ਦੋਨੋਂ ਹੀ ਚੀਜ਼ਾਂ। ਔਰ ਜਿੰਨੀਆਂ ਵੀ ਮਰਜ਼ੀ ਸਰਕਾਰਾਂ ਆ ਜਾਣ, ਅੱਜ ਤੁਸੀਂ ਜੇ ਤੋਂ ਮਰਜ਼ੀ ਕਰ ਲਓ, ਆਟਾ ਦਾਲ ਦੇਣ ਦੀ ਤੁਹਾਨੂੰ ਹਰ ਗੱਲ ਕਹਿ ਦੂਗਾ, ਬਿਜਲੀ ਫ੍ਰੀ ਦੇਣ ਦੀ ਗੱਲ ਕਹਿ ਦੂਗਾ, ਤੁਹਾਨੂੰ ਕੋਈ ਜਿਹੜੀ ਸਿਹਤ ਸਹੂਲਤਾਂ ਹੈ ਜਾਂ ਸਿੱਖਿਆ ਜਿਹੜੀ ਫ੍ਰੀ ਆ, ਕਹੋ ਤਾਂ ਤੁਸੀਂ ਚਾਹੇ LLB ਕਰਨੀ ਹੈ, ਕੋਈ ਵੀ ਬੱਚਾ ਕਰਨਾ, ਸਰਕਾਰ ਖਰਚਾ ਚੱਕਦੀ ਹੈ। ਕਦੀ ਵੀ ਨਹੀਂ ਕਹਿਣਾ ਸਰਕਾਰਾਂ ਨੇ, ਕਿਉਂਕਿ ਉਹਨਾਂ ਲੋਕਾਂ ਨੇ ਸਾਨੂੰ ਢੀਠ ਬਣਾ ਦਿੱਤਾ, ਮੰਗਤੇ ਬਣਾ ਕੇ ਰੱਖ ਦਿੱਤਾ ਵੀ ਆਹ ਚੀਜ਼ਾਂ ਲੈ ਲਓ ਤਾਂ ਬੋਲੋ ਨਾ, ਬਸ ਚੁੱਪ ਕਰਕੇ ਲਾਈਨਾਂ ਲਾ ਕੇ ਖੜ ਜਾਓ। ਚਾਹੇ ਸਾਡੇ ਅਸੀਂ ਵੀ ਢੀਠ ਹੋਏ ਆ, ਔਰ ਸਰਕਾਰਾਂ ਕੋਲੋਂ ਜਿਹੜੇ ਹੱਕ ਅਧਿਕਾਰ ਸਾਨੂੰ ਮੰਗਣੇ ਚਾਹੀਦੇ ਉਹ ਤਾਂ ਅਸੀਂ ਮੰਗਦੇ ਹੀ ਨਹੀਂ। 75 ਸਾਲ ਹੋ ਗਏ, ਸਾਡੇ ਕੋਲ ਗਲੀਆਂ ਨਾਲੀਆਂ ਨਹੀਂ ਬਣੀਆਂ। ਸਾਡੀ ਮੰਗ ਆਉਂਦੀ, ਸਾਡੇ ਕੋਲ ਢੇਰ ਸੁੱਟਣ ਨੂੰ ਥਾਂ ਨਹੀਂ, ਸਾਡੇ ਕੋਲ ਪਾਥੀਆਂ ਪੱਥਣ ਨੂੰ ਥਾਂ ਨਹੀਂ, ਸਾਡੀਆਂ ਗਲੀਆਂ ਕੱਚੀਆਂ, ਨਾਲੀਆਂ ਕੱਚੀਆਂ, ਸਾਡੇ ਆਪਣੇ ਬੱਚਿਆਂ ਦਾ ਤਾਂ ਭਵਿੱਖ ਹੀ ਹੈ ਨਹੀਂ। ਚੁੰਬਰ ਸਾਹਿਬ, ਲੱਗਦਾ ਵੀ ਜਿਹੜੇ ਸਾਡੇ ਬੱਚੇ ਹੁੰਦੇ ਨੇ ਉਹ ਸਕੂਲਾਂ ਦੇ ਵਿੱਚ ਹੱਥਾਂ ਦੇ ਵਿੱਚ ਥਾਲੀਆਂ ਫੜ ਕੇ ਮਿਡ ਡੇ ਮੀਲ 'ਚ ਲੈਣ ਲੱਗੇ ਹੁੰਦੇ ਆ, ਲਾਈਨ 'ਚ ਲੱਗੇ ਹੁੰਦੇ ਆ, ਤੇ ਸਾਡੇ ਜਿਹੜੇ ਪਰਿਵਾਰਾਂ ਸਮਾਜ ਹੈਗਾ ਆ ਉਹ ਨੀਲੇ ਕਾਰਡਾਂ ਲਈ ਦਾਣੇ ਲੈਣ ਲਈ ਲਾਈਨ 'ਚ ਲੱਗਿਆ ਹੁੰਦਾ, ਲਾਈਨ 'ਤੇ ਹੀ ਸਾਰਾ ਕੁਝ ਲਾਤਾ। ਪਰ ਇਹ ਹੈ ਵੀ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ, ਸਭਾਵਾਂ ਦੇ ਆਗੂ ਸਾਹਿਬਾਨ ਨੇ, ਉਹ ਇਸ ਵਿਸ਼ੇ ਦੇ ਉੱਤੇ ਕਦੀ ਪ੍ਰੋਟੈਸਟ ਜਾਂ ਉਹਨਾਂ ਨੇ ਕਦੀ ਅੰਦੋਲਨ ਕੀਤਾ ਹੀ ਨਹੀਂ। ਇਹਨਾਂ ਚੀਜ਼ਾਂ ਦੇ ਲਈ ਭਾਜੀ, ਜੇ ਸਮਾਜ ਲਈ ਵੀ ਆਪਾਂ ਗੱਲ ਕਰੀਏ ਨਾ, ਸਾਡਾ ਸਮਾਜ ਵੀ ਜਿਹੜਾ ਉਹ ਵੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ। ਜਦੋਂ ਸਰਕਾਰ ਨੇ ਢੀਠ ਬਣਾ ਦਿੱਤਾ ਨਾ, ਜਦੋਂ ਸਰਕਾਰ ਨੇ ਪਹਿਲਾਂ ਬਿੱਲ ਲਿਆਂਦਾ ਸੀਗਾ ਕਿ ਸਕੂਲਾਂ ਦੇ ਵਿੱਚ ਜਿਹੜਾ 8ਵੀਂ ਤੱਕ ਬੱਚਾ ਆ ਉਹਨੂੰ ਫੇਲ ਹੀ ਨਹੀਂ ਕਰਨਾ। ਸਾਡੇ ਸਕੂਲ ਦੇ ਵਿੱਚ ਮੀਟਿੰਗ ਹੋਈ ਔਰ ਉੱਥੇ ਇਹ ਗੱਲ ਕਹੀ ਗਈ, ਉੱਥੇ ਮੈਂ ਸਕੂਲ ਦੇ ਵਿੱਚ ਗਿਆ, ਮੈਂ ਸਰਪੰਚ ਸੀ ਇਸ ਨਗਰ ਦਾ, ਔਰ ਮੈਂ ਉੱਥੇ ਜਾ ਕੇ ਇਹ ਗੱਲ ਕਹੀ ਕਿ ਸਰਕਾਰ ਦਾ ਜਿਹੜਾ ਫੈਸਲਾ ਹੈ ਉਹ ਸਾਡੇ ਸਮਾਜ ਦੇ ਖਿਲਾਫ ਹੈ। ਜੇ ਬੱਚੇ ਨੂੰ 8ਵੀਂ ਤੱਕ ਬਿਨਾਂ ਪੜ੍ਹਿਆਂ ਤੁਸੀਂ ਪਾਸ ਕਰੋਗੇ, 8ਵੀਂ ਤੋਂ ਬਾਅਦ ਜਦੋਂ 9ਵੀਂ 10ਵੀਂ 9ਵੀਂ 'ਚ ਜਾਊਗਾ, ਉਹਨੂੰ ਪੜ੍ਹਨਾ ਕੱਖ ਨਹੀਂ ਆਉਣਾ, ਤਾਂ ਬੈਕ ਆਊਗਾ। ਜਦੋਂ ਬੈਕ ਆਊਗਾ ਉਹ ਪੜ੍ਹੂਗਾ ਹੀ ਨਹੀਂ, ਤਾਂ ਅਸੀਂ ਨੌਕਰੀਆਂ ਕਿੱਥੋਂ ਲੈਣੀਆਂ? ਬਾਬਾ ਸਾਹਿਬ ਦਾ ਜਿਹੜਾ ਸਾਨੂੰ ਅਧਿਕਾਰ ਆ, ਪੜ੍ਹੋ ਜੁੜੋ ਸੰਘਰਸ਼ ਕਰੋ, ਉਹ ਤਾਂ ਫਿਰ ਸਾਡੇ ਕੋਲ ਹੋਣਾ ਹੀ ਨਹੀਂ। ਉਹ ਕਿਉਂਕਿ ਸਾਨੂੰ ਸਰਕਾਰ ਨੇ ਇਸ ਚੀਜ਼ ਤੋਂ ਨਿਕੰਮੇ ਬਣਾਉਣਾ। ਔਰ ਸਾਡੇ ਜਿਹੜੇ ਲੋਕ ਸੀਗੇ ਉਹ ਮੇਰੇ ਗਲ ਪੈ ਰਹੇ ਸੀ, ਤੁਸੀਂ ਇਸ ਚੀਜ਼ ਨੂੰ ਗਲਤ ਕਹਿ ਰਹੇ ਹੋ ਜੀ, ਸਰਕਾਰ ਨੇ ਤਾਂ ਬਹੁਤ ਵਧੀਆ ਕਰ ਦਿੱਤਾ। ਪਰ ਜਿਹੜਾ ਆਉਣ ਵਾਲਾ ਚੀਜ਼ ਆ ਉਹਦਾ ਅਸੀਂ ਨਹੀਂ ਦੇਖਦੇ ਕਿ ਉਹ ਸਾਡੇ ਹਿੱਤ ਵਿੱਚ ਆ ਜਾਂ ਸਾਡੇ ਖਿਲਾਫ ਆ। ਅਸੀਂ ਜਦ ਕਿ ਜਿਹੜੇ ਸਿਆਸੀ ਲੋਕ ਹੈ ਜਾਂ ਸਮਾਜ ਲਈ ਚਿੰਤਤ ਲੋਕ ਹੈ ਉਹ ਪਹਿਲਾਂ ਦੇਖਦੇ ਆ, ਜੇ ਸਾਨੂੰ ਸਰਕਾਰ ਨੇ ਕੁਝ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਉਹ 'ਚ ਸਾਡਾ ਨੁਕਸਾਨ ਕੀ ਆ। ਕਿਉਂਕਿ ਉਹ ਬੜੇ ਸ਼ਾਤਰ ਲੋਕ ਆ, ਉਹ ਤਾਂ ਪਹਿਲਾਂ ਦੇਖਦੇ ਕਿ ਇਹਨਾਂ ਨੂੰ ਅਸੀਂ ਜਿਹੜਾ ਕੰਡਮ ਕਰਨ ਲਈ ਤਰੀਕਾ ਸਾਨੂੰ ਕਿਹੜਾ ਚਾਹੀਦਾ। ਸਾਹਿਬ ਕਾਂਚੀ ਰਾਮ ਕਹਿੰਦੇ ਹੁੰਦੇ ਸੀ ਕਿ ਜ਼ਿਆਦਾ ਕਰਕੇ ਇਹਨਾਂ ਲੋਕਾਂ ਨੇ ਸਾਡਿਆਂ ਲੋਕਾਂ ਨੂੰ ਨਸ਼ੇ ਤੇ ਲਾ ਦੇਣਾ, ਜੇ ਥੋੜੇ ਬਹੁਤੇ ਉਹਨਾਂ ਚੋਂ ਬਚ ਗਏ ਤਾਂ ਉਹ ਧਾਰਮਿਕ ਪਾਸੇ ਨੂੰ ਤੋਰ ਦੇਣੇ, ਤਾਂ ਕਿ ਇਹਨਾਂ ਨੂੰ ਆਪਣੇ ਹੱਕਾਂ ਅਧਿਕਾਰਾਂ ਦਾ ਪਤਾ ਹੀ ਨਾ ਲੱਗੇ, ਸਾਡੇ ਕੋਲੋਂ ਕੁਝ ਮੰਗਣੀ ਨਾ। ਅੱਜ ਤੁਸੀਂ ਦੇਖ ਲਓ, ਸਾਡੇ ਪੜ੍ਹੇ ਲਿਖੇ ਨਿਆਣੇ ਵੀ ਆ,
ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖ ਲਓ ਸਾਡੇ ਰਹਿਬਰਾਂ ਦੇ ਨਾਂ ਕੀ ਆ, ਪਤਾ ਨਹੀਂ। ਉਹਨਾਂ ਨੂੰ ਰਹਿਬਰਾਂ ਦਾ ਨਾਂ ਨਹੀਂ ਪਤਾ, ਫਿਲਮੀ ਐਕਟਰਾਂ ਦਾ ਸਾਰਿਆਂ ਦਾ ਪਤਾ ਹੋ। ਇਹ ਹੈ ਕਿ ਜਿੰਨਾ ਚਿਰ ਜੇ ਅਸੀਂ ਪੜ੍ਹੇ ਵੀ ਆ ਤਾਂ ਸਾਨੂੰ ਆਪਣੇ ਰਹਿਬਰਾਂ ਦਾ ਜਿਹੜਾ ਇਤਿਹਾਸ ਹੈ ਉਹ ਪੜ੍ਹਨਾ ਵੀ ਬਹੁਤ ਜ਼ਰੂਰੀ ਆ, ਤਾਂ ਕਿ ਸਾਨੂੰ ਪਤਾ ਲੱਗੇ ਵੀ ਸਾਡੇ ਲਈ ਉਹਨਾਂ ਨੇ ਕੀ ਸੰਘਰਸ਼ ਕੀਤਾ। ਬਿਲਕੁਲ ਜੀ ਚੁੰਬਰ ਸਾਹਿਬ, ਇੱਕ ਆਖਰ ਤੇ ਜਿਹੜੀ ਚਿੰਤਾ ਵਾਲੀ ਗੱਲ ਹੈ, ਸਮਾਜ ਦੇ ਚਿੰਤਕ ਲੋਕ ਬੜੀ ਚਿੰਤਾ ਕਰ ਰਹੇ ਨੇ, ਬੜੀਆਂ ਤੰਗੀਆਂ ਤਕਲੀਫਾਂ ਤਸ਼ੱਦਦ ਤੇ ਕੁਰਬਾਨੀਆਂ ਦੇ ਕੇ ਇਹ ਆਜ਼ਾਦੀ ਲਈ ਹੈ। ਗੋਰਿਆਂ ਨੂੰ ਇੱਥੋਂ ਕੱਢਣ ਦੇ ਵਾਸਤੇ ਫਾਂਸੀ ਤੇ ਚੜੇ ਨੇ ਸਾਡੇ ਦੇਸ਼ ਭਗਤ। ਉਹਨਾਂ ਦੇ ਥੱਲੇ ਅੱਜ ਕੰਮ ਕਰਨ ਦੇ ਵਾਸਤੇ, ਗੁਲਾਮੀ ਸਹਿਣ ਦੇ ਵਾਸਤੇ, ਗੁਲਾਮ ਰਹਿਣ ਦੇ ਵਾਸਤੇ ਅੱਜ ਪੰਜਾਬ ਦਾ ਬੱਚਾ ਆਈਲੈਟਸ ਕਰਕੇ ਵਿਦੇਸ਼ ਨੂੰ ਜਾਣ ਲਈ ਤਿਆਰ ਹੈ। ਕੀ ਕਾਰਨ ਮੰਨਦੇ ਹੋ? ਕਾਰਨ ਇਹੀ ਆ ਭਾਜੀ ਕਿ ਇੱਕ ਤਾਂ ਸਰਕਾਰ ਜਿਹੜੀ ਆ ਇੱਥੇ ਜੇ ਬੱਚਾ ਪੜ੍ਹ ਲਿਖ ਗਿਆ ਤਾਂ ਉਹਦੇ ਲਈ ਰੁਜ਼ਗਾਰ ਹੈ ਨਹੀਂ। ਦੂਸਰਾ ਇਹ ਆ ਵੀ ਜਾਤੀ ਨਫ਼ਰਤ ਇੰਨੀ ਕੁ ਆ, ਉਹ ਜੇ ਕਾਲਜਾਂ ਦੇ ਵਿੱਚ ਸਕੂਲਾਂ 'ਚ ਜਾਓ ਤੁਸੀਂ, ਉੱਥੇ ਵੀ ਸਾਡੇ ਨਾਲ ਵਿਤਕਰਾ, ਹਰ ਦਫ਼ਤਰ ਦੇ ਅੰਦਰ ਸਾਡੇ ਨਾਲ ਵਿਤਕਰਾ। ਉਹ ਫਿਰ ਜੇ ਬੱਚਾ ਕਹਿੰਦਾ ਜੇ ਯਾਰ ਮੈਂ ਪੜ੍ਹ ਲਿਖ ਗਿਆ ਤਾਂ 4 ਪੈਸੇ ਲਾ ਕੇ ਚਾਹੇ ਮੈਂ ਵਿਆਜੀ ਚੱਕ ਕੇ ਜਾਵਾਂ, ਕਿਸੇ ਤਰ੍ਹਾਂ ਜਾਵਾਂ, ਮੈਂ ਬਾਹਰ ਜਾਵਾਂ, ਮੇਰਾ ਆਪਣਾ ਭਵਿੱਖ ਤਾਂ ਸੁਧਰ ਜਾਵੇ। ਕਿਉਂਕਿ ਸਰਕਾਰਾਂ ਵੀ ਨਹੀਂ ਚਾਹੁੰਦੀਆਂ। ਸਰਕਾਰਾਂ ਨੇ, ਤੁਹਾਨੂੰ ਮੈਂ ਪਹਿਲੇ ਦੱਸਿਆ ਕਿ ਉਹਨਾਂ ਨੇ ਗੁਲਾਮ ਬਣਾ ਦਿੱਤੇ, ਤੁਹਾਨੂੰ ਆਹ ਮੁਫਤ ਦੇ ਦਿੰਦੇ ਆ, ਥੋੜ੍ਹਾ ਕਰਨ। ਹੁਣ ਇਹਨਾਂ ਨੂੰ ਪੁੱਛੇ ਵੀ ਜੇ ਇਕੱਲੀ ਕਣਕ ਤੁਸੀਂ ਦੇਈ ਜਾਂਦੇ, ਇਕੱਲੀ ਕਣਕ ਨਾਲ ਥੋੜ੍ਹੀ ਘਰ ਚੱਲਦਾ, ਉਹਨੇ ਬਾਕੀ ਸਮਾਨ ਵੀ ਲਿਆਉਣਾ। ਸਾਹਿਬ ਕੈਂਚੀ ਰਾਮ ਕਹਿੰਦੇ ਹੁੰਦੇ ਸੀ ਕਿ ਤੁਸੀਂ ਨੌਕਰੀ ਦਿਓ ਤਾਂ ਇੱਕ ਪਰਿਵਾਰ ਨੂੰ, ਇੱਕ ਘਰ 'ਚੋਂ ਇੱਕ ਨੂੰ ਪਰਿਵਾਰ ਨੂੰ ਨੌਕਰੀ ਦਿਓ ਤਾਂ ਕਣਕ ਫਿਰ ਚਾਹੇ ਤੁਸੀਂ 1200 ਦੀ ਬਜਾਏ ਭਾਵੇਂ 1800 ਦੀ ਕਰ ਦਿਓ, ਉਹ ਆਪੇ ਲੈ ਲਊਗਾ। ਜਿਹਦੇ ਘਰ 'ਚ 60-70 ਹਜ਼ਾਰ ਰੁਪਇਆ ਤਨਖਾਹ ਹੋਊਗੀ, ਕੀ ਗੱਲ ਉਹਨੂੰ 1800 ਨੂੰ ਕਣਕ ਲੈਣੀ ਥੋੜੀ ਔਖੀ ਹੈ। ਜੇ ਦੇਣਾ ਹੀ ਤੁਸੀਂ ਕਿਸੇ ਨੂੰ ਕੱਖ ਨਹੀਂਗਾ ਤਾਂ ਫਿਰ ਚਾਹੇ ਤੁਸੀਂ 2 ਰੁਪਏ ਕਣਕ ਦੇ ਦਿਓ ਤੇ ਚਾਹੇ ਕਿਲੋ ਰੁਪਏ ਨੂੰ ਦੇ ਦਿਓ। ਬਿਲਕੁਲ। ਬੱਚੇ ਕੀ ਕਹਿਣਾ ਚਾਹੋਗੇ ਜਿਹੜੇ ਬੱਚੇ ਅੱਜ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਨੇ, ਉਹਨਾਂ ਨੇ ਵਾਪਸ ਨਹੀਂ ਆਉਣਾ ਕਿਉਂਕਿ ਉੱਥੋਂ ਉਹਨਾਂ ਨੂੰ ਸੁੱਖ ਸਹੂਲਤਾਂ, ਉੱਥੋਂ ਦਾ ਵਾਤਾਵਰਨ, ਉੱਥੋਂ ਦਾ ਕਾਇਦਾ ਕਾਨੂੰਨ, ਉੱਥੋਂ ਦੀ ਆਰਾਮਦਾਇਕ ਜ਼ਿੰਦਗੀ ਜਿਹੜੀ ਆ ਉਹ ਉਹਨਾਂ ਨੂੰ ਚੰਗੀ ਲੱਗਣ ਲੱਗ ਪੈਣੀ, ਜਾਂ ਉਹਨਾਂ ਨੇ ਮਜਬੂਰੀ ਹੀ ਉੱਥੇ ਫਸੇ ਹੀ ਇੰਨਾ ਜਾਣਾ ਕਿ ਉਹਨਾਂ ਨੂੰ ਸਾਰੇ ਤਰ੍ਹਾਂ ਦੇ ਪ੍ਰਬੰਧ ਕਰਦੇ ਲਈ ਸਮਝੋ ਉਹਨਾਂ ਨੇ ਜਕੜੇ ਜਾਣਾ। ਆਪਣੇ ਸਾਰੇ ਤਰ੍ਹਾਂ ਦੇ ਘਰ ਦਾ ਪ੍ਰਬੰਧ, ਗੱਡੀ ਦਾ ਪ੍ਰਬੰਧ, ਜੋਬ ਲੱਭਣੀ, ਬੱਚਿਆਂ ਦੀ ਪੜ੍ਹਾਈ, ਸਾਰਾ ਹੀ ਉਹਨਾਂ ਨੇ ਉੱਥੋਂ ਦਾ। ਇਹ ਭਾਰਤ ਉਹਨਾਂ ਦੇ ਵਾਸਤੇ ਇੱਕ ਗੁਲਾਮ ਭਾਰਤ ਲੱਗਣਾ, ਨਰਕੀ ਭਾਰਤ ਲੱਗਣਾ, ਇੱਦਾਂ ਦੇ ਹਾਲਾਤ ਜਿਹੜੇ ਉਹ ਦਿਖਾਈ ਦੇ ਰਹੇ ਨੇ। ਜਦੋਂ ਵੀ ਵਿਦੇਸ਼ ਦੇ ਵਿੱਚ ਅਸੀਂ ਅੱਜ ਵੀ ਬੱਚਿਆਂ ਨਾਲ ਜਿਹੜੇ ਪਹੁੰਚੇ ਹੋਏ ਨੇ, ਉਹਨਾਂ ਨਾਲ ਹਜ਼ਾਰਾਂ ਨਾਲ ਗੱਲ ਕੀਤੀ ਹੈ ਤੇ ਉਹਨਾਂ ਦਾ ਇਹੀ ਕਹਿਣਾ ਵੀ ਭਾਰਤ ਦੇ ਵਿੱਚ ਕੀ ਹੈ, ਆ ਕੇ ਇੱਥੇ ਦੇਖੋ ਸਵਰਗ ਹੈ, ਕਾਇਦਾ ਕਾਨੂੰਨ ਹੈ। ਇਹ ਬੱਚੇ ਆਪਣੇ ਪੰਜਾਬ ਨੂੰ, ਆਪਣੇ ਭਾਰਤ ਨੂੰ ਉਹਨਾਂ ਦੇਸ਼ਾਂ ਵਰਗਾ ਬਣਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੇ ਜਿਵੇਂ ਦੇਸ਼ ਭਗਤਾਂ ਨੇ ਇੱਥੋਂ ਆਪਣੇ ਦੇਸ਼ ਨੂੰ ਆਜ਼ਾਦ ਕਰਨ ਦੇ ਲਈ, ਆਜ਼ਾਦ ਕਰਵਾਉਣ ਦੇ ਲਈ ਉਹਨਾਂ ਨਾਲ ਲੜਾਈ ਲੜੀ, ਕੁਰਬਾਨੀਆਂ ਦਿੱਤੀਆਂ। ਇਹ ਬੱਚੇ ਪੜ੍ਹ ਲਿਖ ਵੀ ਗਏ ਤੇ ਅੱਜ ਸੁੱਖ ਸਹੂਲਤਾਂ ਵੀ ਨੇ, ਆਪਣਾ ਸੰਵਿਧਾਨ ਹੈ, ਫਿਰ ਵੀ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੀ ਜਗ੍ਹਾ ਤੇ ਇਸ ਪੰਜਾਬ 'ਚੋਂ ਨਕਾਰਾ ਹੋ ਕੇ ਇੱਕ ਦਰਕਨਾਰ ਕਰਕੇ ਇੱਥੋਂ ਇਹਨੂੰ ਛੱਡ ਕੇ ਜਾਣ ਲਈ ਤਿਆਰ ਹੈ। ਕੀ ਕਾਰਨ ਮੰਨਦੇ ਹੋ ਕਿ ਇਹ ਪੰਜਾਬੀਆਂ ਦੇ ਬੱਚੇ ਪੰਜਾਬ ਨੂੰ ਸੋਨੇ ਦੀ ਚਿੜੀ ਜਾਂ ਇੱਥੇ ਸੈੱਟ ਹੋਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਉਹੀ ਗੁੜਾ ਸਾਹਿਬ, ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਵੀ 75 ਸਾਲ ਬੀਤ ਜਾਣ ਦੇ ਬਾਵਜੂਦ ਵੀ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਹੀ ਲਾਗੂ ਨਹੀਂ ਹੋਇਆ। ਜੇ ਪੂਰਨ ਤੌਰ ਤੇ ਸੰਵਿਧਾਨ ਲਾਗੂ ਹੋ ਜਾਵੇ, ਜਿਹੜਾ ਪ੍ਰਸ਼ਾਸਨ ਹੈ ਉਹਦੇ ਤੋਂ ਜਿਹੜਾ ਰਾਜਨੀਤਿਕ ਦਬਾਅ ਆ ਉਹ ਚੱਕਿਆ ਜਾਏ, ਲੋਕਾਂ ਨੂੰ ਬਿਨਾਂ ਕਿਸੇ ਹਿਜਕ ਝਿਜਕ ਦੇ ਇਨਸਾਫ ਮਿਲੇ ਤਾਂ ਲੋਕ ਬਾਹਰ ਨੂੰ ਕਿਉਂ ਭੱਜਣ? ਸੰਵਿਧਾਨ ਦੇ ਮੁਤਾਬਕ ਰੁਜ਼ਗਾਰ ਮਿਲੇ। ਇੱਥੇ ਤੁਸੀਂ ਦੇਖ ਲਓ, ਰੁਜ਼ਗਾਰ ਵੀ ਉਹ ਆਪਣੇ ਹਿਸਾਬ ਦੇ ਨਾਲ ਆਪਣੇ ਬੰਦਿਆਂ ਨੂੰ ਹੀ ਉਹਨਾਂ ਨੇ ਦੇਣਾ, ਤੇ ਜਿਹੜਾ ਇਨਸਾਫ ਵੀ ਆ, ਜਿੱਥੇ SHO ਤੋਂ ਲੈ ਕੇ SSP ਤੱਕ ਇੱਕ MLA ਦੀ ਫਰਮਾਇਸ਼ ਤੇ ਲੱਗੇ ਤਾਂ ਫਿਰ ਉਹ ਕੰਮ ਵੀ ਤਾਂ ਉਹਨਾਂ ਦੇ ਹਿਸਾਬ ਨਾਲ ਹੀ ਕਰੂ ਨਾ। ਜੇ ਕੰਮ ਉਹਨਾਂ ਨੇ ਜੇ ਲਵਾਇਆ ਉਹਨਾਂ ਨੇ ਤਾਂ ਫਿਰ ਉਹਨੇ ਬੋਲੀ ਵੀ ਤਾਂ ਉਹਨਾਂ ਦੀ ਬੋਲਣੀ ਹੈ। ਤਾਂ ਫਿਰ ਉਹ ਜਿਹੜਾ ਉਹ SHO ਆ, ਚਾਹੇ DSP ਆ, SSP ਆ, ਉਹਦੇ ਲਈ ਸੰਵਿਧਾਨ ਵੱਡਾ ਨਹੀਂ, ਉਹਦੇ ਲਈ MLA ਵੱਡਾ ਹੋ ਗਿਆ, ਉਹਦੇ ਲਈ ਇੱਕ ਰਾਜ ਕਰਦੀ ਪਾਰਟੀ ਵੱਡੀ ਹੋ ਗਈ, ਕਿਉਂਕਿ ਉਹਨਾਂ ਨੇ ਉਹਨਾਂ ਦੇ ਹਿਸਾਬ ਨਾਲ ਹੀ ਚੱਲਣਾ। ਬਹੁਤ ਹਾਲਾਤ ਇਹੋ ਜਿਹੇ ਆ ਕਿ ਜਿੱਥੇ ਜਦੋਂ ਅਸੀਂ ਸੰਘਰਸ਼ ਲੜਦੇ ਆ, ਬੜੇ ਮੁੱਦੇ ਇਹੋ ਜਿਹੇ ਆਉਂਦੇ ਆ ਜਿੱਥੇ ਸਾਨੂੰ ਸੜਕਾਂ ਤੱਕ ਜਾਮ ਕਰਕੇ ਇਨਸਾਫ ਲੈਣਾ ਪੈਂਦਾ। ਜਦ ਕਿ ਬਣਦਾ ਤੇ ਇਹ ਆ ਕਿ ਕਾਨੂੰਨਨ ਤੌਰ ਦੇ ਉੱਤੇ ਜਿਹੜਾ ਕੋਈ ਤਕਲੀਫ ਵਾਲਾ ਬੰਦਾ ਆ, ਉਹਨੂੰ ਜਿਹੜੀ ਇਨਸਾਫ ਸੰਵਿਧਾਨ ਦੇ ਮੁਤਾਬਕ ਮਿਲ ਜਾਏ, ਹੈ ਨਾ। ਅੱਛਾ ਚੰਬਰ ਸਾਹਿਬ, ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ 34 ਵਿਧਾਇਕ ਪੰਜਾਬ ਦੇ SC ਜਿਹੜੇ ਕਮਿਊਨਿਟੀ ਦੇ ਵਿੱਚ ਬਣਦੇ ਨੇ, ਪਾਰਟੀ ਭਾਵੇਂ ਕੋਈ ਵੀ ਹੋਵੇ, ਉਹਨਾਂ ਦੇ ਹੁੰਦਿਆਂ 34 ਵਿਧਾਇਕ ਹੁੰਦਿਆਂ ਵੀ
ਦਲਿਤ ਸਮਾਜ ਦੇ ਕੋਲੋਂ ਐਸੀ ਸਮਾਜ ਦੇ ਕੋਲੋਂ ਹੱਕ ਹਕੂਕ ਖੋਏ ਗਏ ਨੇ। ਇਹ ਉੱਥੇ ਫਿਰ ਵਿਧਾਨ ਸਭਾ ਦੇ ਵਿੱਚ ਬਾਬਾ ਸਾਹਿਬ ਦੀ ਬਦੌਲਤ ਤੇ ਸਮਾਜ ਦੀ ਵੋਟ ਦੇ ਨਾਲ ਜਿਹੜੇ ਵਿਧਾਨ ਸਭਾ ਦੇ ਵਿੱਚ ਜਾਂਦੇ ਸਿਰਫ ਬਿਸਕੁਟ ਤੇ ਚਾਹ ਦੀਆਂ ਚੁਸਕੀਆਂ ਲੈਣ ਜਾਂਦੇ ਨੇ। ਦੇਖੋ ਜੀ, ਇਸ ਵੇਲੇ ਪੰਜਾਬ ਦੇ ਅੰਦਰ ਸਭ ਤੋਂ ਵੱਧ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ, ਪਰ ਉਹਦੇ ਵਿੱਚ ਐਸੀ ਕਮਿਊਨਿਟੀ ਦੀ ਹਾਂ ਉਹਦੇ ਵਿੱਚ ਹੀ ਚੁਣ ਕੇ ਗਏ ਸਾਡੇ ਜ਼ਿਆਦਾ ਐਸਸੀ ਜਿਹੜੇ ਆ। ਹੁਣ ਤਾਂ ਖਜ਼ਾਨਾ ਮੰਤਰੀ ਵੀ ਕਹਿੰਦੇ ਖਜ਼ਾਨਾ ਮੰਤਰੀ ਵੀ ਸਾਡਾ ਐਸਸੀ ਹੋਵੇ। ਔਰ ਸਰਕਾਰ ਨੇ ਕਿਹਾ ਜਦੋਂ 178 ਲਾ ਪੋਸਟਾਂ ਆਈਆਂ, ਸਰਕਾਰ ਨੇ ਕਿਹਾ ਕਿ ਰਿਜ਼ਰਵੇਸ਼ਨ ਜਿਹੜੀ ਇਹਨਾਂ ਨੂੰ ਨਹੀਂ ਦਿੱਤੀ ਜਾਊਗੀ, ਰਿਜ਼ਰਵੇਸ਼ਨ ਨੂੰ ਰੋਕਿਆ ਜਾਵੇ। ਜਦੋਂ ਉਹਦਾ ਜਿਹੜਾ ਹੈਗਾ ਆ ਐਸਸੀ ਕਮਿਸ਼ਨ ਆ, ਉਹਨੇ ਉਹਦਾ ਨੋਟਿਸ ਲਿਆ ਤਾਂ ਜਿਹੜੀ ਸਰਕਾਰ ਆ ਉਹ ਕੋਰਟ ਦੇ ਅੰਦਰ ਚਲੇ ਗਈ। ਜਦੋਂ ਸਮਾਜ ਨੇ ਉਹਦੇ ਲਈ ਜਾ ਕੇ ਸੰਘਰਸ਼ ਕੀਤਾ, ਸਰਕਾਰ ਜਿਹੜੀ ਆ ਉਹਨੇ ਤਾਂ ਉਹ ਕੋਰਟ ਦੇ ਵਿੱਚੋਂ ਕੇਸ ਵਾਪਸ ਲਿਆ। ਔਰ ਜਿਹੜੇ ਸਾਡੇ 34 ਐਮਐਲਏ ਚੁਣ ਕੇ ਗਏ ਹੋਏ ਆ, ਉਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ ਵੀ ਸਾਡੇ ਸਮਾਜ ਦੇ ਖਿਲਾਫ ਫੈਸਲਾ। ਔਰ ਸਮਾਜ ਦੇ ਜਿਹੜਾ ਸਰਕਾਰ ਦਾ ਐਡਵੋਕੇਟ ਆ, ਉਹ ਕੋਰਟ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਜੇ ਇਹਨਾਂ ਲੋਕਾਂ ਨੂੰ ਉੱਥੇ ਭੇਜ ਦਿੰਨੇ ਆ ਅਸੀਂ, ਤਾਂ ਇਹਨਾਂ ਦੇ ਕੋਲੋਂ ਕੁਝ ਹੋਣਾ ਹੀ ਨਹੀਂ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸਰਕਾਰ ਕਿੱਦਾਂ ਚਲਾਉਣੀ। ਕਹਿਣ ਦਾ ਭਾਵ ਸੀ ਵੀ ਇਹਨਾਂ ਲੋਕਾਂ ਨੂੰ ਅਕਲ ਨਹੀਂ ਹੈ ਕਿ ਅਸੀਂ ਰਾਜ ਭਾਗ ਜਿਹੜਾ ਉਹ ਕਿਸ ਤਰ੍ਹਾਂ ਚਲਾਉਣਾ। ਤੇ ਫਿਰ ਵੀ ਸਾਡੇ ਜਿਹੜੇ ਉਹ 34 ਬਸ਼ਰਮ ਵਾਂਗ ਚੁਣ ਕੇ ਜਾ ਕੇ ਬੈਠੇ ਆ, ਉਹਨਾਂ ਦੇ ਮੂੰਹ 'ਚੋਂ ਜ਼ੁਬਾਨ ਤੱਕ ਨਹੀਂ ਨਿਕਲੀ ਵੀ ਸਾਡੇ ਸਮਾਜ ਦੇ ਖਿਲਾਫ ਤੁਸੀਂ ਕੌਣ ਹੁੰਦੇ ਇੰਨੀ ਗੱਲ ਕਹਿਣ ਵਾਲੇ। ਜੇ ਸਾਨੂੰ ਅਕਲ ਸੀ ਤਾਂ ਅਸੀਂ ਤਾਂ ਹੀ ਚੁਣ ਹੋ ਕੇ ਵਿਧਾਨ ਸਭਾ 'ਚ ਆ ਕੇ ਬੈਠੇ ਆ। ਜੇ ਸਾਨੂੰ ਅਕਲ ਸੀ ਤਾਂ ਸਾਡੇ ਰਹਿਬਰਾਂ ਨੇ ਸੰਵਿਧਾਨ ਲਿਖ ਦਿੱਤਾ। ਕਿਉਂਕਿ ਅੱਜ ਜਿਹੜੇ ਲੋਕ ਦੇਖੋ ਸਰਕਾਰ ਦੇ ਵਿੱਚ ਬੈਠੇ, ਗਗਨ ਅਨਮੋਲ ਮੰਤਰੀ ਆ, ਮੇਰਾ ਖਿਆਲ 12 ਪਾਸ ਹੈ, ਉਹ ਵੀ ਮੇਰਾ ਖਿਆਲ ਨਹੀਂ ਪਾਸ ਹੋਣੀ। ਉਹ 12 ਪਾਸ ਵੀ ਜਿਹੜੀ ਆ 34 ਡਿਗਰੀਆਂ ਵਾਲੇ ਬਾਬਾ ਸਾਹਿਬ ਤੇ ਉਂਗਲ ਚੱਕਦੀ ਹੈ ਕਿ ਸੰਵਿਧਾਨ ਸਹੀ ਨਹੀਂ ਹੈ। ਤਾਂ ਹਾਲਾਤ ਸਾਡੇ ਕੀ ਹੋਣਗੇ, ਕਿਉਂਕਿ ਸਾਡੇ ਬੰਦੇ ਬੋਲਣ ਲਈ ਤਿਆਰ ਨਹੀਂ। ਬਿਲਕੁਲ ਜੀ, ਜਿਹੜੇ ਵਿਧਾਇਕ ਚੁਣ ਕੇ ਜਾਂਦੇ ਨੇ ਐਸਸੀ ਕਮਿਊਨਿਟੀ ਦੇ ਵਿੱਚੋਂ, ਐਸਸੀ ਸਰਟੀਫਿਕੇਟ ਦਾ ਲਾਹਾ ਲੈ ਕੇ ਐਸਸੀ ਵੋਟ ਨੂੰ ਹਥਿਆਉਣ ਦੇ ਵਾਸਤੇ ਆਪਣੇ ਪੋਸਟਰਾਂ ਤੇ ਫਲੈਕਸਾਂ ਦੇ ਉੱਤੇ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਹੋਰ ਸਾਡੇ ਰਹਿਬਰਾਂ ਦੀਆਂ ਫੋਟੋਆਂ ਲਾ ਕੇ ਜਿਹੜੇ ਵੋਟ ਨੂੰ ਬਟੋਰ ਕੇ ਜਦੋਂ ਵਿਧਾਨ ਸਭਾ ਦੇ ਵਿੱਚ ਜਾ ਕੇ ਬਹਿ ਜਾਂਦੇ ਨੇ, ਤੇ ਉੱਥੇ ਇਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਵੀ ਸ਼ਬਦ ਉਸ ਐਸੀ ਕਮਿਊਨਿਟੀ ਦੇ ਵਾਸਤੇ ਨਹੀਂ ਨਿਕਲਦਾ। ਜਿਹੜਾ ਕਾਨੂੰਨ ਅੱਜ ਸੰਵਿਧਾਨ ਲਾਗੂ ਹੈ ਭਾਰਤ ਦੇ ਵਿੱਚ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦਾ, ਉਹਦੇ ਵਿੱਚ ਉਹਦਾ ਵਰਕਾ ਫੋਲ ਕੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਮੋਹਰੇ ਨਹੀਂ ਰੱਖਦੇ ਵੀ ਸਾਡੇ ਦੇਸ਼ ਦਾ ਕਾਨੂੰਨ ਆਹ ਕਹਿੰਦਾ ਕਿ ਸਭ ਲਈ ਬਰਾਬਰ ਐਜੂਕੇਸ਼ਨ, ਬਰਾਬਰ ਸਹੂਲਤਾਂ, ਬਰਾਬਰ ਰੁਜ਼ਗਾਰ, ਬਰਾਬਰ ਪੋਸਟਾਂ, ਬਰਾਬਰ। ਅੱਜ ਪੋਸਟਾਂ ਸਾਰੀਆਂ ਖੋਹ ਲਈਆਂ ਗਈਆਂ, ਰਿਜ਼ਰਵੇਸ਼ਨ ਖਤਮ ਹੋਣ ਦੇ ਕੰਢੇ ਤੇ ਆ। ਤੇ ਇਹ 34 ਵਿਧਾਇਕ ਜਿਹੜੇ ਸਿਰਫ ਤੇ ਸਿਰਫ ਤਨਖਾਹ ਲੈਣ ਤੱਕ ਸੀਮਤ, ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਲੈਣ ਤੱਕ ਸੀਮਤ। ਅੱਜ ਸਮਾਜ ਜਿਹੜਾ ਆ ਭਾਵੇਂ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ, ਪਰ ਗੁਲਾਮੀ ਤੋਂ ਭੈੜਾ ਅੱਜ ਘਰਾਂ ਦੇ ਵਿੱਚ ਹਾਲਾਤ ਇਦਾਂ ਦੇ ਦੇਖਦੇ। ਜਦੋਂ ਜਾਂਦੇ ਆ ਤਾਂ ਬਹੁਤੇ ਘਰ ਰੋਟੀ ਤੋਂ ਬੈਠੇ ਹੁੰਦੇ ਨੇ, ਤੁੜਕਾ ਲਾਉਣ ਲਈ 10 ਰੁਪਏ ਦੇ ਪਿਆਜ਼ ਤੋਂ ਬੈਠੇ ਹੁੰਦੇ ਨੇ, ਚਾਹ ਪੱਤੀ ਤੋਂ ਬੈਠੇ ਹੁੰਦੇ ਨੇ। ਤੇ ਐਸਸੀ ਸਮਾਜ ਦੀਆਂ ਇਹਨਾਂ ਲੋਕਾਂ ਦੀਆਂ ਵੋਟਾਂ ਲੈ ਕੇ ਬਣੇ ਐਮਐਲਏ ਆਪਣੇ ਬੱਚਿਆਂ ਨੂੰ ਸਮਾਜ ਦੇ ਸਿਰ ਦੇ ਉੱਤੇ ਜਿਹੜਾ ਪੈਸਾ ਕਮਾ ਕੇ ਉਹ ਸ਼ਿਮਲੇ ਘੁਮਾਉਣ ਗਏ ਹੁੰਦੇ ਤੇ ਬਾਹਰਲੇ ਮੁਲਕਾਂ ਦੇ ਵਿੱਚ ਘੁਮਾਉਣ ਗਏ ਹੁੰਦੇ। ਸਾਨੂੰ ਅੱਜ ਚਿੰਤਾ ਵੱਡ ਖਾ ਰਹੀ ਹੈ, ਚਿੰਤਾ ਵੱਡ ਖਾ ਰਹੀ ਹੈ। ਜਿਹੜੇ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦੇ ਬਦੌਲਤ ਪ੍ਰਸ਼ਾਸਨ ਦੇ ਵਿੱਚ ਵੱਡੀਆਂ ਪੋਸਟਾਂ ਤੇ ਬਣ ਕੇ ਬੈਠੇ ਨੇ, ਉਹਨੇ ਵੀ ਕਦੀ ਚੁੰਬਰ ਸਾਹਿਬ ਬਿਲਕੁਲ ਜੀ ਘਰਾਂ ਦੇ ਵਿੱਚ, ਆਪਣੇ ਸਮਾਜ ਦੇ ਵਿੱਚ, ਆਪਣੇ ਪਿੰਡਾਂ ਦੇ ਵਿੱਚ ਕਦੀ ਗੇੜਾ ਤੱਕ ਨਹੀਂ ਮਾਰਿਆ। ਬੜੀ ਚਿੰਤਾ ਵੱਡ ਖਾ। ਆਖਰ ਤੇ ਕੀ ਕਹਿਣਾ ਚਾਹੋਗੇ, ਸਮਾਜ ਦੇ ਵਿੱਚ ਤਰੱਕੀ, ਅਸਲ ਆਜ਼ਾਦੀ ਕਿਵੇਂ ਖੁਸ਼ਹਾਲੀ ਆਏਗੀ? ਤੇ ਬੱਚੇ ਜਿਹੜੇ ਅੱਜ ਜਹਾਜ਼ ਦੀ ਤਾਕੀ ਨੂੰ ਹੱਥ ਪਾਉਣ ਲਈ ਨੱਠ ਭੱਜ ਕਰਕੇ ਮੌਤ ਦੇ ਮੂੰਹ ਵਿੱਚ ਜਾ ਕੇ ਘਰ ਨੂੰ ਗਹਿਣੇ ਗੱਟੇ ਕਰਕੇ, ਗਹਿਣੇ ਰੱਖ ਕੇ, ਮਾਪਿਆਂ ਨੂੰ ਤੰਗ ਕਰਕੇ, ਮਾਪੇ ਵੀ ਸੋਚਦੇ ਆ ਵੀ ਚਲੋ ਅਸੀਂ ਵੀ ਕਿਤੇ ਸੁੱਖ ਦਾ ਸਾਹ ਲਵਾਂਗੇ, ਵਿਦੇਸ਼ਾਂ ਨੂੰ ਤੁਰੇ। ਕਿਵੇਂ ਇਹ ਪੰਜਾਬ ਸੋਨੇ ਦੀ ਚਿੜੀ ਬਣੇਗਾ? ਕਿਵੇਂ ਅਸਲ ਆਜ਼ਾਦੀ ਮਿਲੇਗੀ? ਕਿਵੇਂ ਦਲਿਤ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ਹਾਲੀ ਆਏਗੀ? ਗੁੜਾ ਸਾਹਿਬ, ਮੇਰਾ ਹੈਗਾ ਕਿ ਜਿਹੜੀ ਰਿਜ਼ਰਵੇਸ਼ਨ ਹੈ ਨਾ ਬਾਬਾ ਸਾਹਿਬ ਵੱਲੋਂ ਮਿਲੀ ਹੋਈ ਆ, ਜਿਹੜੀਆਂ ਜਿੱਦਾਂ ਪੰਜਾਬ ਦੀਆਂ ਹੁਣ 34 ਸੀਟਾਂ ਐ ਰਿਜ਼ਰਵੇਸ਼ਨ 'ਚ ਹੈ, ਮੈਂ ਇੱਥੇ ਇੱਕ ਸਰਕਾਰ ਨੂੰ ਬੇਨਤੀ ਕਰੂੰਗਾ ਜਿਹੜੀ ਐਮਐਲਏ ਜਾਂ ਐਮਪੀ ਦੀਆਂ ਰਿਜ਼ਰਵ ਸੀਟਾਂ ਉਹਨੂੰ ਖਤਮ ਕਰ ਦਿੱਤਾ ਜਾਏ। ਅੱਛਾ, ਜਦੋਂ ਇਹਨਾਂ ਸੀਟਾਂ ਨੂੰ ਖਤਮ ਕਰ ਦਿੱਤਾ ਜਾਊਗਾ ਤਾਂ ਜਿਹੜੇ ਇਹ ਸਾਡੇ ਸਮਾਜ ਦੇ ਨਾ ਦਲਾਲ ਬਣ ਕੇ ਬਹਿੰਦੇ ਉੱਥੇ ਜਾ ਕੇ, ਜਦੋਂ ਇਹਨਾਂ ਦੀ ਪੁੱਛਗਿੱਛ ਨਹੀਂ ਹੋਏਗੀ, ਫਿਰ ਇਹਨਾਂ ਨੂੰ ਪਤਾ ਲੱਗੂਗਾ ਕਿ ਸਾਡਾ ਸਮਾਜ ਬੈਠਾ ਕਿੱਥੇ ਆ।
ਕਿਉਂਕਿ ਇਹਨਾਂ ਨੇ ਤਾਂ ਬਾਬਾ ਸਾਹਿਬ ਦੇ ਦਿੱਤੀ ਹੋਈ ਰਿਜ਼ਰਵੇਸ਼ਨ ਨੂੰ ਲੈ ਲਿਆ, ਉਹਦਾ ਲਾਹਾ ਲੈ ਲਿਆ, ਆਪ ਆਨੰਦ ਲੈ ਲਿਆ, ਸਾਰੀਆਂ ਉਹਦੀਆਂ ਖੁਸ਼ੀਆਂ ਦੇਖ ਲਈਆਂ। ਇਹ ਨਹੀਂ ਦੇਖਿਆ ਕਿ ਜਿਹੜੀ ਸੀਟ ਤੋਂ ਮੈਂ ਚੁਣ ਕੇ ਗਿਆ ਉਸ ਹਲਕੇ ਦੇ ਵਿੱਚ ਮੇਰੇ ਸਮਾਜ ਦਾ ਕੀ ਹਾਲ ਹੈ। ਜਦੋਂ ਇਹ ਚੀਜ਼ਾਂ ਜਦੋਂ ਇਹ ਖਤਮ ਹੋਣਗੀਆਂ ਫਿਰ ਇਹਨਾਂ ਨੂੰ ਕਿਸੇ ਵੀ ਪਾਰਟੀ ਨੇ ਮੂੰਹ ਨਹੀਂ ਲਾਉਣਾ। ਜਦੋਂ ਇਹਨਾਂ ਨੂੰ ਮੂੰਹ ਨਹੀਂ ਲਾਊਗਾ ਤੇ ਇਹ ਜਿਹੜੀਆਂ ਇਹਨਾਂ ਨੇ ਦੁਕਾਨਦਾਰੀਆਂ ਬਣਾਈਆਂ ਹੋਈਆਂ ਨਾ, ਇਹ ਆਪਣੇ ਆਪ ਜਦੋਂ ਖਤਮ ਹੋਣਗੀਆਂ ਫਿਰ ਇਹਨਾਂ ਨੂੰ ਪਤਾ ਲੱਗੂਗਾ ਕਿ ਸਾਡੇ ਰਹਿਬਰਾਂ ਨੇ ਜਿਹੜਾ ਸਾਡੇ ਲਈ ਕੁਰਬਾਨੀਆਂ ਕੀਤੀਆਂ। ਜੇ ਬਾਬਾ ਸਾਹਿਬ ਅੰਬੇਡਕਰ ਨੇ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ, ਜਿਨ੍ਹਾਂ ਦੇ ਪੁੱਤ ਦੀ ਘਰ 'ਚ ਲਾਸ਼ ਪਈ ਹੋਵੇ, ਸਾਡੀ ਲੜਾਈ ਲੜਨ ਲਈ ਉਹ ਇੰਗਲੈਂਡ ਨੂੰ ਰਵਾਨਾ ਹੋਣ, ਤਾਂ ਸਾਡੇ ਇੱਥੇ ਬੱਚਾ ਕੋਈ ਆਪਾਂ ਇੱਥੇ ਇੰਟਰਵਿਊ ਕਰਦੇ, ਮੇਰੇ ਕੋਲ ਘਰ 'ਚ ਕੋਈ ਬੱਚਾ ਆਉਂਦਾ, ਅਸੀਂ ਮਿੰਟ 'ਚ ਨੱਠਦੇ ਹਾਂ, ਚੱਕ ਕੇ ਹਸਪਤਾਲ ਨੂੰ ਭੱਜਦੇ ਹਾਂ। ਤਾਂ ਅਸੀਂ ਉਸ ਰਹਿਬਰ ਦੀ ਕੁਰਬਾਨੀ ਨੂੰ ਕਿੱਦਾਂ ਭੁੱਲ ਗਏ ਕਿ ਜਿਹਦੇ ਪੁੱਤ ਦੀ ਲਾਸ਼ ਪਈ ਹੋਵੇ, ਸਾਡੇ ਲਈ ਲੜਨ ਗਿਆ, ਅਸੀਂ ਉਹਦੀ ਕੀਤੀ ਹੋਈ ਕੁਰਬਾਨੀ ਨੂੰ ਭੁੱਲੀ ਜਾ ਰਹੇ ਸਿਰਫ ਇੱਕ ਕੁਰਸੀ ਦੀ ਖਾਤਰ। ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਸਾਡੀ ਖਾਤਰ ਕੁਰਸੀ ਨੂੰ ਲੱਤ ਮਾਰੀ ਸੀ, ਔਰ ਅੱਜ ਦੇ ਲੀਡਰਾਂ ਨੇ ਕੁਰਸੀ ਦੀ ਖਾਤਰ ਬਾਬਾ ਸਾਹਿਬ ਨੂੰ ਲੱਤ ਮਾਰ ਦਿੱਤੀ ਔਰ ਕੁਰਸੀ ਨੂੰ ਅਪਣਾ ਲਿਆ। ਇਹੀ ਸਾਡਾ ਨਿਗਾਰ ਵੱਲ ਜਾਣ ਦਾ ਕਾਰਨ ਹੈ, ਕਿਉਂਕਿ ਅਸੀਂ ਆਪਣੇ ਰਹਿਬਰ ਦੇ ਕਹੇ ਪੂਰਨਿਆਂ ਤੇ ਨਹੀਂ ਚੱਲੇ। ਇਹਨਾਂ ਨੇ ਉਸ ਦੀ ਕੁਰਬਾਨੀ ਨੂੰ ਜਿਹੜਾ ਸਿਰਫ ਆਪਣੇ ਤੱਕ ਸੀਮਿਤ ਰੱਖ ਲਿਆ ਵੀ ਸਾਨੂੰ ਉਹਦਾ ਲਾਹਾ ਮਿਲ ਗਿਆ, ਸਾਨੂੰ ਸਮਾਜ ਨਾਲ ਕੋਈ ਮਤਲਬ ਨਹੀਂ। ਔਰ ਰਹੀ ਗੱਲ ਜਿਹੜੀ ਬਾਹਰ ਜਾਣ ਦੀ, ਇਹ ਲੋਕਾਂ ਦੀ ਮਜਬੂਰੀ ਬਣ ਗਈ। ਮੈਂ ਤਾਂ ਪਹਿਲੇ ਇਹ ਗੱਲ ਕਹੀ ਕਿ ਜੇ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਹੋ ਜਾਏ ਤਾਂ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਜ਼ਰੂਰਤ ਜਿਹੜੀ ਉਹ ਨਹੀਂ ਪਵੇਗੀ। ਬਿਲਕੁਲ ਜੀ, ਜ਼ਰੂਰਤ ਨਹੀਂ ਪੈਗੀ, ਪਰ ਫਿਰ ਵੀ ਇਹ ਜਿਹੜੇ ਸਾਡੇ ਅੱਜ ਬੱਚੇ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਜਾਣ ਲਈ ਤਿਆਰ ਨੇ, ਮਜਬੂਰ ਨੇ, ਬੇਬਸ ਨੇ, ਇੱਥੋਂ ਦੇ ਸਿਸਟਮ ਤੋਂ ਤੰਗ ਨੇ। ਤੰਗ ਉਹ ਵੀ ਸੀ ਜਦੋਂ ਗੁਲਾਮਾਂ ਦੇ ਗੁਲਾਮ ਲੋਕ ਸੀਗੇ, ਤੰਗ ਬਾਬਾ ਸਾਹਿਬ ਵੀ ਸੀ, ਤਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਸ਼ਹੀਦ ਊਧਮ ਸਿੰਘ ਵੀ ਤੰਗ ਸੀ, ਪਰ ਉਹ ਆਪਣੇ ਵਤਨ ਨੂੰ ਛੱਡ ਕੇ ਉੱਥੇ ਗੁਲਾਮ ਹੋਣ ਨਹੀਂ ਗਏ ਸੀ। ਉਹ ਇਸ ਦੇਸ਼ ਨੂੰ ਗੁਲਾਮੀ ਚੋਂ ਕੱਢਣ ਦੇ ਵਾਸਤੇ ਉਹਨਾਂ ਨੇ ਯਤਨ ਤੇ ਕੁਰਬਾਨੀਆਂ ਕੀਤੀਆਂ। ਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਅੱਜ ਵਿਦੇਸ਼ਾਂ ਨੂੰ ਗੁਲਾਮ ਹੋਣ ਲਈ ਦੌੜ ਲੱਗੀ ਹੈ। ਆਓ ਭਾਵੇਂ ਕਿ ਦੇਸ਼ ਦੀ ਆਜ਼ਾਦੀ ਦਾ ਦਿਹਾੜਾ ਬੜੇ ਚਾਅ ਉਤਸ਼ਾਹ, ਜੋਸ਼ੋ ਖਰੋਸ਼ ਤੇ ਦੇਸ਼ ਭਗਤੀ ਭਾਵਨਾਵਾਂ ਦੇ ਨਾਲ ਮਨਾਇਆ, ਤੇ ਇਸ ਦੇਸ਼ ਦੀ ਆਜ਼ਾਦੀ ਨੂੰ ਬਚਾ ਕੇ ਰੱਖਣਾ ਵੀ ਜ਼ਰੂਰੀ ਹੈ। ਸੰਵਿਧਾਨ ਬਚਾ ਕੇ ਰੱਖਣਾ ਜ਼ਰੂਰੀ ਹੈ, ਸ਼ਾਨ ਬਚਾ ਕੇ ਰੱਖਣੀ ਜ਼ਰੂਰੀ ਹੈ। ਤੇ ਇਸ ਭਾਰਤ ਨੂੰ, ਇਸ ਪੰਜਾਬ ਨੂੰ ਮੁੜ ਕਰਪਟ ਲੀਡਰਾਂ ਦੀ ਚੁੰਗਲ ਚੋਂ ਛਡਾ ਕੇ ਇੱਕ ਅੱਛਾ ਪ੍ਰਸ਼ਾਸਨ, ਅੱਛਾ ਇੱਕ ਵਾਤਾਵਰਨ ਸਿਰਜਣਾ ਵੀ ਜ਼ਰੂਰੀ ਆ। ਤਦ ਇਹ ਆਜ਼ਾਦੀ ਬਚੀ ਰਹੇਗੀ, ਤਦ ਹੀ ਇਹ ਸੰਵਿਧਾਨ ਬਚਿਆ ਰਹੇਗਾ। ਜੇ ਇੱਥੋਂ ਸਾਡੀ ਨੌਜਵਾਨ ਪੀੜ੍ਹੀ ਪੜ੍ਹੀ ਲਿਖੀ ਕਰੀਮ ਜਿਹੜੀ ਦੇਸ਼ ਦੀ, ਜੇ ਉਹ ਇੱਥੋਂ ਚਲੇ ਗਈ, ਮਿਸ਼ਨਰੀ ਜਿਹੜੇ ਅੱਜ ਚਿੰਤਕ ਲੋਕ ਨੇ ਉਹਨਾਂ ਦੀਆਂ ਉਮਰਾਂ ਟਿਕਾਣੇ ਲੱਗੀਆਂ, ਤੇ ਇਹ ਸੂਬੇ ਦਾ ਕੀ ਬਣੂਗਾ, ਇਹ ਦੇਸ਼ ਦਾ ਕੀ ਬਣੂਗਾ, ਇਹ ਆਜ਼ਾਦੀ ਦਾ ਕੀ ਬਣੂਗਾ, ਇਹ ਸੰਵਿਧਾਨ ਦਾ ਕੀ ਬਣੂਗਾ। ਅੱਜ ਚਿੰਤਕ ਲੋਕਾਂ ਨੂੰ ਚਿੰਤਾ ਵੱਡ ਖਾ ਰਹੀ ਹੈ। ਚੁੰਬਰ ਸਾਹਿਬ, ਤੁਸੀਂ ਬਹੁਤ ਬੜੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਜੈ ਭੀਮ, ਜੈ ਭਾਰਤ, ਧੰਨ ਗੁਰਦੇਵ ਜੀ। ਤੇ ਤੁਸੀਂ ਵੀ ਦੇਖਦੇ ਰਹੋ ਕਾਂਚੀ ਟੀਵੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।